प्रगट भई सगले जुग अंतर। गुरु नानक की वड्याई। तरन सुवनी खड़ रतन जड़ावी। हर प्रेम पुरख मन उठा। सबे काज सुहिलड़े थिए। गुरु नानक सतगुर तुठा। होवै सिफत खसम दी। नूर अरशों कुरसों चटिया। तुद डिठे सच्चे पातशाह। मल जन्म जन्म दी कटिया। सतनाम वाहिगुरु साहिब जीओ। धनासुरी महला पंजवा। जिसका तन मन धन सब तिसका। सोई सुगड़ सुजानी। इन्हीं सुनया दुख सुख मेरा। तो बेदुनी की खटानी। जिसका तन मन धन सब तिसका। सोई सुगड़ सुजानी। तिन्हीं सुनया दुख सुख मेरा। तो बिदुनी की खटानी। जी की एक ही पहमानी। अवर जतन कर रहे बहु तेरे। तिन तिल नहीं कीमत जानी। रहाओ अमृत नाम निर्मोलक हीरा। गुरु दीनो मंतानी। डिगै न डोलै दिड़ कर रहे हो। पूरन होए त्रिपतानी। होए जो बीच हम तुम कछ होते। इनकी बात बिलानी। अलंकार मिल थैली हुई है। तांते कनिक वखानी। प्रगट्यो जोत सहज सुख शोभा। बाजे अनहत बानी। कहो नानक ने चल घर बांधे हो। गुर कीओ बंधानी। प्रगट्यो जोत सहज सुख शोभा। बाजे अनहद बानी। कहो नानक ने चल घर बांधे हो। गुर कीओ बंधानी। वाहिगुरु जी का खालसा वाहिगुरु जी की फतेह। सतगुरु पातशाह महाराज
ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਸਰਬ ਕਲਾ ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਭਾਗਸ਼ਾਲੀ ਹੋ ਜੋ ਕਿ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਪਹੁੰਚ ਕੇ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੋ। ਅੱਜ ਅੰਮ੍ਰਿਤ ਵੇਲੇ ਹਜ਼ੂਰ ਨੇ ਪ੍ਰਕਾਸ਼ਮਾਨ ਹੋ ਕੇ ਜੋ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਮਝਣ ਦਾ ਯਤਨ ਕਰਾਂਗੇ। ਧਨਾਸਰੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਨੇ ਗੁਰਸਿੱਖੀ ਮਾਰਗ ਦੀ ਆਰੰਭਤਾ ਔਰ ਉਸ ਮਾਰਗ ਵਿੱਚ ਜੋ ਕੰਮ ਕੀਤਾ ਜਾਂਦਾ ਹੈ ਤੇ ਉਸ ਦੀ ਪ੍ਰਾਪਤੀ ਦਾ ਵਰਣਨ ਕੀਤਾ ਹੈ। 3 ਹਿੱਸਿਆਂ ਵਿੱਚ ਇਹ ਸ਼ਬਦ ਹੈ। ਗੁਰਸਿੱਖੀ ਦੀ ਆਰੰਭਤਾ ਕਿੱਥੋਂ ਹੁੰਦੀ? ਗੁਰਸਿੱਖੀ ਦੀ ਆਰੰਭਤਾ ਅਰਦਾਸ ਤੋਂ ਸ਼ੁਰੂ ਹੁੰਦੀ ਹੈ। ਅਰਦਾਸ ਦੀਆਂ ਕੀ ਸ਼ਰਤਾਂ ਹਨ? ਕਿਉਂਕਿ ਕੋਈ ਵੀ ਕਾਰਜ ਇਸ ਸੰਸਾਰ ਵਿੱਚ ਕੀਤਾ ਜਾਂਦਾ ਹੈ, ਉਹਦੀਆਂ ਕੁਝ ਨਾ ਕੁਝ ਸ਼ਰਤਾਂ ਹੁੰਦੀਆਂ, ਉਹ ਕੰਮ ਪੂਰਾ ਕਰਨਾ ਪੈਂਦਾ। ਜੇ ਉਹ ਕੰਮ ਪੂਰਾ ਨਹੀਂ ਕੀਤਾ ਜਾਂਦਾ ਤੇ ਉਹ ਕਾਰਜ ਸਿਰੇ ਨਹੀਂ ਚੜ੍ਹਦਾ। ਅਰਦਾਸ ਹੀ ਸਿੱਖੀ ਦੀ ਸ਼ੁਰੂਆਤ ਹੈ, ਅਰਦਾਸ ਹੀ ਸਿੱਖੀ ਦਾ ਮੱਧ ਹੈ ਤੇ ਅਰਦਾਸ ਹੀ ਸਿੱਖੀ ਦਾ ਅੰਤ ਹੈ। ਜਿਵੇਂ ਆਦਮੀ ਦੇ ਜੀਵਨ ਦੀ ਸ਼ੁਰੂਆਤ ਵੀ ਅਰਦਾਸ ਤੋਂ ਹੁੰਦੀ ਹੈ, ਇਸੇ ਕਰਕੇ ਸਤਿਗੁਰੂ ਨੇ ਅੱਜ ਅਰਦਾਸ ਦੀ ਗੱਲ ਕੀਤੀ ਹੈ। ਅਰਦਾਸ ਇੱਕ ਇਸ ਤਰ੍ਹਾਂ ਦੀ ਸਾਧਨਾ ਹੈ ਜਿਹਦੇ ਵਿੱਚ ਆਦਮੀ ਇੱਕ ਬੜੇ ਵੱਡੇ ਨੁਕਸ ਤੋਂ ਬਚ ਜਾਂਦਾ ਹੈ। ਜਿਸ ਨੁਕਸ ਦਾ ਜਪੀ ਵੀ ਸ਼ਿਕਾਰ ਬਣੇ, ਤਪੀ ਵੀ ਬਣੇ, ਤਪੀਸਰ ਵੀ, ਯੋਗ ਕਰਨ ਵਾਲੇ ਵੀ, ਕੋਈ ਵੀ ਕੰਮ ਕਰੀਏ, ਇਹਦੇ ਉੱਤੇ ਮੈਂ ਥੋੜੀ ਜਿਹੀ ਬੇਨਤੀ ਕਰਾਂਗਾ। ਅਰਦਾਸ ਹੈ ਕਿ ਕੋਈ ਵੀ ਕਾਰਜ ਅਸੀਂ ਧਰਮ ਦਾ ਕਰਨੇ ਆ, ਭਾਵੇਂ ਉਹ ਕਾਰਜ ਸਾਰੇ ਹੀ ਸ਼ੁਭ ਨੇ, ਉੱਤਮ ਨੇ, ਇੱਕ ਤੋਂ ਲੈ ਕੇ ਜੇ ਸਾਰੇ ਥੋੜੇ ਜਿਹਾ ਗਿਣੀਏ, ਗੁਰੂ ਘਰ ਆਉਣਾ, ਤੁਰ ਕੇ ਆਉਣਾ, ਨਮਸਕਾਰ ਕਰਨੀ, ਅੰਮ੍ਰਿਤ ਵੇਲੇ ਜਾਗਣਾ, ਪਾਠ ਕਰਨਾ, ਕੀਰਤਨ ਕਰਨਾ, ਕੀਰਤਨ ਸੁਣਨਾ, ਸੇਵਾ ਕਰਨੀ, ਲੰਗਰ ਪਕਾਉਣਾ, ਕਿੰਨੇ ਕੰਮ ਨੇ। ਇਹ ਸਾਰੇ ਕਾਰਜ ਬਹੁਤ ਸੋਹਣੇ ਨੇ, ਪਰ ਇੱਕ ਕਾਰਜ ਇਹਨਾਂ ਤੋਂ ਵੱਖਰਾ, ਉਹਨੂੰ ਕਹਿੰਦੇ ਅਰਦਾਸ। ਵੱਖਰਾ ਕਿਉਂ ਹੈ? ਕਿਉਂਕਿ ਜਿੰਨੇ ਕਾਰਜ ਨੇ, ਜੇ ਆਦਮੀ ਥੋੜਾ ਜਿਹਾ ਵੀ ਸੌਂ ਗਿਆ, ਇਹਦੇ ਵਿੱਚ ਮਨ ਸੌਂ ਗਿਆ, ਜਾਗਿਆ ਨਾ, ਅਵੇਅਰ ਨਾ ਹੋਇਆ, ਇਹ ਸਾਰੇ ਕਰਮ ਇੱਕ ਅੰਦਰ ਭਾਵ ਪੈਦਾ ਕਰਦੇ ਨੇ, ਜਿਹਨੂੰ ਕਹਿੰਦੇ ਨੇ ਮੈਂ ਕੀਤਾ ਹੈ, ਮੈਂ ਕੀਤਾ ਹੈ, ਮੈਂ ਕੀਤਾ। ਵੱਜ ਜਾਏਗਾ ਆਦਮੀ, ਤਕਰੀਬਨ ਵੱਜਦਾ। ਕਰਮ ਕੋਈ ਵੀ ਹੈ ਬੰਦੇ ਨੂੰ ਵਲੇਟ ਲੈਂਦਾ ਆਪਣੇ ਵਿੱਚ ਬਹੁਤ ਜਲਦੀ। ਜਾਂ ਤੇ ਗੁਰੂ ਦਾ ਹੱਥ ਸਿਰ ਤੇ ਹੋਵੇ, ਸੰਗਤ ਹੋਵੇ, ਫਿਰ ਤਾਂ ਬਚਿਆ ਰਹਿੰਦਾ ਕਰਮ ਕਰਕੇ। ਫਿਰ ਕਰਮ ਕਰਤ ਹੋਵੇ ਨੇ ਕਰਮ, ਕਰਮ ਤੋਂ ਛੁੱਟ ਜਾਂਦਾ ਕਰਕੇ, ਉਹਦਾ ਚੇਤਾ ਭੁੱਲ ਜਾਂਦਾ ਹੈ। ਪਰ ਇਹ 100 ਵਿੱਚੋਂ 2-4 ਲੋਕਾਂ ਨਾਲ ਹੁੰਦਾ ਨਹੀਂ, ਤੇ ਆਮ ਕਰਕੇ ਮਨ ਜਿਹੜਾ ਕੰਮ ਕਰਦਾ ਉਹਦੀ ਛਾਪ ਉਹਦੇ ਮਨ ਤੇ ਪੈਂਦੀ ਤੇ ਮਨ ਵੱਜ ਜਾਂਦਾ। ਪਾਠ ਕੀਤਾ, ਕਰਾਇਆ, ਜੋ ਵੀ ਕੀਤਾ। ਪਰ ਇੱਕ ਕਰਮ ਐਸਾ ਜਿਹਨੂੰ ਅਰਦਾਸ ਕਹਿੰਦੇ ਨੇ। ਅਰਦਾਸ ਬੰਦੇ ਨੂੰ ਕਿਤੇ ਵੀ ਹੰਕਾਰ ਵਿੱਚ ਨਹੀਂ ਲਿਜਾਂਦੀ, ਕਿਉਂਕਿ ਅਰਦਾਸ ਦਾ ਨਿਯਮ ਹੀ ਇਹ ਵੀ ਬੰਦਾ ਕਰਦਾ ਹੀ ਉਦੋਂ ਜਦੋਂ ਹਾਰ ਗਿਆ, ਜਦੋਂ ਉਹਦੇ ਹੱਥ ਖੜੇ ਹੋ ਗਏ। ਅਰਦਾਸ ਦੇ ਅਰਥ ਹੀ ਹੈ। ਅਰਦਾਸ ਕੋਈ ਕਰਮ ਨਹੀਂ, ਅਰਦਾਸ ਕੋਈ ਤਪ ਨਹੀਂ, ਅਰਦਾਸ ਕੋਈ ਜਪ ਨਹੀਂ। ਅਰਦਾਸ ਵਿੱਚ ਹਉਮੈ ਆ ਹੀ ਨਹੀਂ ਸਕਦੀ, ਕਿਉਂਕਿ ਅਰਦਾਸ ਦਾ ਨਿਯਮ ਹੀ ਇਹ ਹੈ,
ਅਰਦਾਸੀਆ ਬੰਦਾ ਹੁੰਦਾ ਹੀ ਉਦੋਂ ਹੈ ਜਦੋਂ ਅੰਦਰੋਂ ਢਹਿ ਪੈਂਦਾ, ਡਿੱਗ ਪੈਂਦਾ ਤੇ ਕਹਿੰਦਾ ਮੇਰੇ ਤੋਂ ਹੁਣ ਕੁਝ ਨਹੀਂ ਹੁੰਦਾ, ਹੁਣ ਆਪ ਹੀ ਕਿਰਪਾ ਕਰੋ। ਅਰਦਾਸ ਦੀ ਸ਼ਰਤ ਇਹ ਹੈ ਸਿਰਫ। ਤੇ ਜੇ ਇਹ ਭਾਵਨਾ ਅੰਦਰ ਨਹੀਂ ਬਣੀ, ਅਰਦਾਸ ਲਫ਼ਜ਼ਾਂ ਤੱਕ ਸੀਮਤ ਰਹਿ ਜਾਏਗੀ, ਇਸ ਤੋਂ ਅੱਗੇ ਨਹੀਂ ਜਾਏਗੀ। ਅਬ ਹਮ ਚਲੀ ਠਾਕੁਰ ਪੈ ਹਾਰ, ਹਾਰ ਗਿਆ ਬੰਦਾ ਸਾਰੀ ਉਮਰ ਕਰ ਕਰਕੇ। ਜੇ ਕੁਝ ਕਰਮ ਵੀ ਨੇ ਤੇ ਉਹਨਾਂ ਦੇ ਅਖੀਰ ਤੇ ਅਰਦਾਸ ਆਉਂਦੀ। ਇਸ ਕਰਕੇ ਸਿੱਖੀ ਦਾ ਇੱਕ ਸਿਧਾਂਤ ਹੈ ਵੀ ਗੁਰਸਿੱਖ ਨਿਤਨੇਮ ਭਾਵੇਂ ਕਿੰਨਾ ਕਰੇ, ਕਹਿੰਦੇ ਬਾਅਦ ਵਿੱਚ 2 ਲਫ਼ਜ਼ ਅਰਦਾਸ ਦੇ ਜ਼ਰੂਰ ਕਵੇ, ਕਿਉਂਕਿ ਅਖੀਰ ਤੇ ਅਰਦਾਸ ਹੀ ਹੁੰਦੀ। ਅਰਦਾਸ ਦਾ ਮਤਲਬ ਇਹ ਹੈ ਵੀ ਮੈਂ ਕੀਤਾ ਬੜਾ ਕੁਝ, ਪਰ ਮੇਰੇ ਤੋਂ ਹੋਇਆ ਕੁਝ ਵੀ ਨਹੀਂ, ਮੈਂ ਕੁਝ ਨਹੀਂ ਕਰ ਸਕਦਾ, ਹਾਰ ਗਿਆ। ਤੇ ਜਿਉਂ ਹੀ ਬੰਦਾ ਹਾਰਦਾ ਹੈ, ਪਰਮਾਤਮਾ ਦੇ ਦਰਵਾਜ਼ੇ ਉਹਦੇ ਵਾਸਤੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ। ਬਸ ਇਹ ਸਾਰੇ ਕਰਮ ਦਿੱਤੇ ਤਾਂ ਨੇ, ਮਨ ਦੇ ਵਿੱਚ ਇੱਕ ਤਰ੍ਹਾਂ ਦੀ ਹਾਰ ਪੈਦਾ ਹੋ ਜਾਏ ਵੀ ਮੈਂ ਕੁਝ ਨਹੀਂ ਕਰ ਸਕਦਾ। ਹਾਰਿਆ ਹੋਇਆ ਮਨੁੱਖ, ਨਿਮਾਣਾ ਮਨੁੱਖ, ਨਿਤਾਣਾ। ਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਬਹੁਤ ਸਾਰੇ ਬਚਨ ਦਿੱਤੇ ਸਨ। 12 ਬਚਨ ਨੇ ਤਕਰੀਬਨ, ਉਹ ਸ਼ਬਦ ਇਤਿਹਾਸ ਵਿੱਚ ਲਿਖੇ ਹੋਏ ਨੇ। ਗੁਰੂ ਅਮਰਦਾਸ ਜੀ ਨੇ 12 ਸਾਲ ਤੱਕ ਨਿਰੰਤਰ ਸੇਵਾ ਕੀਤੀ ਤੇ 12 ਸਾਲ ਉਮਰ ਵੀ ਬਹੁਤ ਵੱਡੀ ਸੀ। 60 ਸਾਲ ਤੋਂ ਸ਼ੁਰੂ ਕੀਤੀ, 72 ਸਾਲ ਤੱਕ ਇੰਨੀ ਲੰਮੀ ਸੇਵਾ ਕੀਤੀ, ਪਰ ਗੁਰੂ ਨੇ ਕਦੀ ਸੱਦ ਕੇ ਪੁੱਛਿਆ ਨਹੀਂ ਸੀ ਤੂੰ ਕੀ ਕਰਦਾ ਹੁੰਦਾ, ਕੋਈ ਵਿਸ਼ੇਸ਼ਤਾ ਨਾ ਦਿੱਤੀ। ਇੱਕ ਦਿਨ ਪਾਣੀ ਲੈ ਕੇ ਆ ਰਹੇ ਸੀ, ਡਿੱਗ ਪਏ। ਉਹ ਘਟਨਾ ਤੁਸੀਂ ਕਈ ਵਾਰੀ ਸੁਣੀ ਹੋਣੀ, ਮੈਂ ਬਹੁਤਾ ਇਤਿਹਾਸ ਨਹੀਂ ਕਹਾਂਗਾ। ਜੁਲਾਈ ਦੀ ਖੱਡੀ ਦੇ ਕੋਲ ਇੱਕ ਕਿੱਲੀ ਸੀ, ਉਹਦੇ ਨਾਲ ਅੜ ਕੇ ਡਿੱਗੇ। ਉਹਨੇ ਭੁਲੇਖੇ ਵਿੱਚ ਜਾਂ ਕੁਦਰਤੀ ਬਸ ਕਿਵੇਂ ਇਹ ਸ਼ਬਦ ਕਹਿ ਦਿੱਤਾ, ਉਹਦੇ ਘਰ ਵਾਲੇ ਨੇ। ਹਨੇਰਾ ਸੀ ਸਵੇਰੇ 4 ਵਜੇ ਜਦੋਂ ਡਿੱਗੇ ਗੁਰੂ ਅਮਰਦਾਸ। ਪਾਣੀ ਦੀ ਗਾਗਰ ਮੋਢੇ ਤੇ ਸਿਰ ਤੇ ਸੀ, ਡਿੱਗਣ ਦਾ ਖੜਾਕ ਹੋਇਆ ਤੇ ਅੰਦਰ ਉਸ ਖੱਡੀ ਵਾਲੇ ਦੀ ਘਰ ਵਾਲੀ ਜਾਗਦੀ ਸੀ। ਉਹਦੇ ਘਰ ਵਾਲੇ ਜੁਲਾਹੇ ਨੇ ਪੁੱਛਿਆ ਵੀ ਕੌਣ ਬਾਹਰ, ਤੇ ਸਾਰੇ ਗੁਰੂ ਅਮਰਦਾਸ ਜੀ ਨੂੰ ਜਾਣਦੇ ਸਨ। ਔਰ ਇਸ ਲਫ਼ਜ਼ ਤੋਂ ਪਤਾ ਲੱਗ ਜਾਏਗਾ ਵੀ ਗੁਰੂ ਅਮਰਦਾਸ ਜੀ ਨੂੰ ਆਮ ਲੋਕ ਕਿਹੜੇ ਨਾਮ ਨਾਲ ਯਾਦ ਕਰਦੇ ਸਨ, ਕਿਉਂਕਿ ਉਹ ਇੱਕ ਆਮ ਇਸਤਰੀ ਸੀ ਜੁਲਾਹੀ। ਉਹਦੇ ਮੂੰਹੋਂ ਨਿਕਲਿਆ, ਕਹਿਣ ਲੱਗੀ ਇਸ ਵੇਲੇ ਹੋਰ ਕੌਣ ਹੋਣਾ ਹੈ, ਅਮਰੂ ਨਿਥਾਵਾਂ ਹੀ ਹੋਵੇਗਾ। ਨਿਥਾਵਾਂ, ਇਹ ਸ਼ਬਦ, ਇਹ ਗੱਲ ਇਤਿਹਾਸ ਸਿੱਧ ਕਰਦੇ ਨੇ ਵੀ ਜੇ ਇੱਕ ਜੁਲਾਹੀ ਗੁਰੂ ਅਮਰਦਾਸ ਜੀ ਨੂੰ ਨਿਥਾਵਾਂ ਕਹਿ ਰਹੀ ਹੈ, ਇਹਦਾ ਮਤਲਬ ਹੈ ਪਿੰਡ ਵਿੱਚ, ਖੰਡੂਰ ਦੇ ਵਿੱਚ, ਖੰਡੂਰ ਸਾਹਿਬ ਦੇ ਵਿੱਚ ਬਹੁਤ ਸਾਰੇ ਲੋਕੀ ਇਹ ਕਹਿੰਦੇ ਹੋਣਗੇ ਵੀ ਇਹ ਕਿੱਧਰ ਤੁਰਿਆ ਫਿਰਦਾ ਇਸ ਉਮਰ ਵਿੱਚ, ਭਲਾ ਇਸ ਉਮਰ ਵਿੱਚ ਸੇਵਾ ਹੁੰਦੀ। ਘਰਦਿਆਂ ਨੇ ਭੇਜ ਦਿੱਤਾ, ਘਰਦਿਆਂ ਨੇ ਰੱਖਿਆ ਨਹੀਂ। ਜਦੋਂ ਇਹ ਨਿਥਾਵਾਂ ਸ਼ਬਦ ਕਿਹਾ ਨਾ, ਤੇ ਗੁਰੂ ਅਮਰਦਾਸ ਜੀ ਦੇ ਅੰਦਰੋਂ ਅਣਖ ਜਾਗ ਪਈ ਸਿੱਖੀ ਦੀ, ਕਿਉਂਕਿ ਇਹ ਨਿਥਾਵਾਂ ਸ਼ਬਦ ਕੱਲੀ ਸਿੱਖ ਦੀ ਤੋਹੀਨ ਨਹੀਂ, ਇਹ ਤੋਹੀਨ ਉਹਦੇ ਗੁਰੂ ਦੀ ਵੀ ਹੈ। ਉੱਠ ਕੇ ਪਰਤ ਕੇ ਸ਼ਬਦ ਬੋਲੇ। ਅੱਜ ਪਹਿਲੀ ਵਾਰੀ ਉਸ ਬਰਕਤ ਦੀ ਵਰਤੋਂ ਕੀਤੀ ਜੋ ਚੌਵਾਂ ਪਾਸੇ ਘੁੰਮਦੀ ਸੀ। ਗੁਰੂ ਅਮਰਦਾਸ ਜੀ ਕਹਿਣ ਲੱਗੇ ਅਮਰਦਾਸ ਨਿਥਾਵਾਂ ਨੇ ਚੱਲੀਏ, ਤੈਨੂੰ ਪਤਾ ਹੀ ਨਹੀਂ ਮੇਰਾ ਥਾਂ ਤੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਬਣ ਚੁੱਕਾ ਹੈ, ਮੈਂ ਨਿਥਾਵਾਂ ਨਹੀਂ। ਉਹਨੂੰ ਖੈਰ ਚੱਲ ਪਿਆ, ਫਿਰ ਕਿਰਪਾ ਹੋਈ। ਇਹ ਜਿਹੜਾ ਥਾਂ ਸੀ ਜਿੱਥੇ ਗੁਰੂ ਅਮਰਦਾਸ ਜੀ ਡਿੱਗੇ ਸਨ, ਇਹ ਫਿਰ ਖਰੀਦ ਲਿਆ ਸੀ ਗੁਰੂ ਅੰਗਦ ਦੇਵ ਜੀ। ਇੱਥੇ ਹੀ ਪਰਤ ਕੇ ਕਿਹਾ ਵੀ ਸਾਡਾ ਅੰਤਿਮ ਜਿਹੜਾ ਸਰੀਰ ਦੀ ਕਿਰਿਆ ਉਸੇ ਥਾਂ ਤੇ ਹੋਈ। ਅੱਜ ਵੀ ਉਹ ਗੁਰਦੁਆਰਾ ਸਾਹਿਬ ਬਣਿਆ ਹੋਇਆ। ਹਜ਼ੂਰ ਨੇ ਕਿਹਾ ਸੀ ਜਿਸ ਥਾਂ ਤੇ ਮੇਰੇ ਪਿਆਰ ਵਿੱਚ ਮੇਰਾ ਸਿੱਖ ਡਿੱਗਾ ਹੈ, ਭਾਵੇਂ ਇਹ ਇੱਕ ਰਵਾਇਤ ਹੈ ਕਿ ਜਿੱਥੇ ਸਰੀਰ ਦਾ ਸੰਸਕਾਰ ਹੁੰਦਾ, ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਉੱਥੇ ਰਹਿਣਾ ਮੈਂ, ਪਰ ਇੱਕ ਪਿਆਰ ਦੀ ਗੱਲ ਕਹੀ
ਕਹਿਣ ਲੱਗੇ ਜਿੱਥੇ ਪਿਆਰ ਵਿੱਚ, ਮੇਰੇ ਪਿਆਰ ਵਿੱਚ ਅਮਰਦਾਸ ਡਿੱਗਾ ਹੈ, ਮੇਰੇ ਸਰੀਰ ਦਾ ਸੰਸਕਾਰ ਉੱਥੇ ਕੀਤਾ ਜਾਏ। ਉਹੀ ਹੈ ਗੁਰਦੁਆਰਾ। ਉਸੇ ਥਾਂ ਤੇ ਗੁਰੂ ਅੰਗਦ ਦੇਵ ਜੀ ਦਾ ਅੰਤਿਮ ਸੰਸਕਾਰ ਹੋਇਆ। ਕਹਿੰਦੇ ਮੈਂ ਉਸ ਥਾਂ ਤੇ ਸਾਰੀ ਥਾਂ ਮੈਂ ਉਹਦੇ ਕੋਲ ਰਹਿਣਾ ਚਾਹੁੰਦਾ। ਇਹਦਾ ਭਾਵ ਇਹ ਸੀ। ਤਾਂ ਫਿਰ ਜਦੋਂ ਗੁਰੂ ਅਮਰਦਾਸ ਜੀ ਨੂੰ 12 ਵਰ ਦਿੱਤੇ, ਨਿਥਾਵਿਆਂ ਦਾ ਥਾਨ, ਨਿਮਾਣਿਆਂ ਦਾ ਮਾਨ, ਨਿਤਾਣਿਆਂ ਦਾ ਤਾਨ, ਨਿਉਟਿਆਂ ਦੀ ਓਟ, ਨਿਆਸਰਿਆਂ ਦਾ ਆਸਰ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪੱਤ, ਨਿਧਿਰਿਆਂ ਦੀ ਧਿਰ। ਕਿੰਨੇ ਵਰ ਦਿੱਤੇ, ਕਿੰਨੀਆਂ ਬਖਸ਼ਾਂ ਕੀਤੀਆਂ। ਤੇ ਗੁਰੂ ਅਮਰਦਾਸ ਪੁੱਛਦੇ ਮਹਾਰਾਜ ਵੀ 12 ਵਰ ਦੇ ਦਿੱਤੇ ਤੁਸੀਂ, 12 ਸਾਲਾਂ ਦੇ, ਇੱਕ ਸਾਲ ਦਾ ਇੱਕ ਦਿੱਤਾ, ਪਰ ਪਿਛਲੇ ਸਾਲ ਦਿੱਤਾ, ਪਹਿਲਾਂ ਕੁਝ ਨਹੀਂ ਕਿਹਾ। ਗੁਰੂ ਅਮਰਦਾਸ ਪੁੱਛਦੇ ਮਹਾਰਾਜ ਜੀ ਪਹਿਲਾਂ ਕਿਉਂ ਨਹੀਂ ਤੁਸੀਂ ਕੋਈ ਭਜਨ ਕੀਤਾ? ਇੰਨੇ ਸਾਲਾਂ ਤੋਂ ਮੈਂ ਤੁਹਾਡੀ ਸੇਵਾ ਕੀਤੀ ਹੈ, ਪਹਿਲਾਂ ਨਹੀਂ ਤੁਸੀਂ ਕਿਹਾ ਵੀ ਨਿਮਾਣਿਆਂ ਦਾ ਮਾਣ ਹੈ ਅਮਰਦਾਸ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਨੇ ਪੁਰਖਾ ਕਹਿੰਦੇ ਹੁੰਦੇ ਸੀ ਪਿਆਰ ਨਾਲ। ਪੁਰਖਾ ਤੈਨੂੰ ਨਿਮਾਣਿਆਂ ਦਾ ਮਾਣ ਤਾਂ ਕਹਿੰਦਾ ਜੇ ਤੂੰ ਨਿਮਾਣਾ ਹੁੰਦਾ, ਤੇ ਜੇ ਮਾਣ ਵਿੱਚ ਰਹਿੰਦਾ ਤੇ ਨਿਮਾਣਿਆਂ ਦਾ ਮਾਣ ਕਿਵੇਂ ਕਹਿੰਦਾ? ਨਿਮਾਣਾ ਹੋਇਆ ਤੇ ਤਾਂ ਤੈਨੂੰ ਮਾਣ ਮਿਲਿਆ, ਨਿਤਾਣਾ ਹੋਇਆ ਤੇ ਤਾਂ ਤੈਨੂੰ ਤਾਣ ਮਿਲਿਆ। ਨੇ ਓਟਾ ਹੋਇਆ ਸੰਸਾਰ ਵੱਲੋਂ, ਇਹ ਸਚਾਈ ਹੈ। ਓਟ ਤੇ ਥੋੜੀ ਜਿਹੀ ਵੀ ਬੰਦੇ ਨੂੰ ਮਿਲ ਕੇ ਗੁਰੂ ਨਾਲ ਪਿਆਰ ਨਹੀਂ ਬਣੇਗਾ। ਓਟ ਥੋੜੀ ਜਿਹੀ ਵੀ ਮਿਲ ਗਈ। ਇੱਕੋ ਹੀ ਤਰੀਕਾ ਹੈ ਰੱਬ ਤੇ ਗੁਰੂ ਨਾਲ ਮੁਹੱਬਤ ਦਾ, ਹੋਰ ਕੋਈ ਰਾਹ ਨਹੀਂ। ਆਦਮੀ ਦੀਆਂ ਸਾਰੀਆਂ ਓਟਾਂ ਟੁੱਟ ਜਾਣ, ਖਤਮ ਹੋ ਜਾਣ, ਆਪੇ ਲੱਭੇਗਾ ਦੌੜ ਕੇ। ਨਹੀਂ ਤੇ ਕੌਣ ਲੱਭਦਾ? ਕੌਣ ਕਹਿੰਦਾ ਗੁਰੂ ਨਾਲ ਕੌਣ ਸੰਬੰਧ ਕਰਦਾ? ਸਾਰੀਆਂ ਸਪੋਰਟਾਂ ਖਤਮ ਹੋਣੀਆਂ ਚਾਹੀਦੀਆਂ ਨੇ। ਇਹਦੇ ਦੋ ਹੀ ਰਾਹ ਨੇ, ਜਾਂ ਤਾਂ ਉਹਨੂੰ ਸੰਸਾਰ ਦੀ ਸਪੋਰਟ ਖਤਮ ਹੋ ਜਾਏ, ਉਹ ਤਾਂ ਗੁਰੂ ਨਾਲ ਪਿਆਰ ਕਰੇਗਾ, ਤੇ ਜਾਂ ਉਹ ਗਿਆਨ ਖੰਡ ਵਿੱਚ ਚਲਾ ਜਾਏ, ਉਹ ਅੰਦਰੋਂ ਜਾਣ ਲਵੇ ਵੀ ਇਹ ਆਸਰੇ ਮੇਰੇ ਨਹੀਂ, ਵੈਸੇ ਮੈਨੂੰ ਆਰਜੀ ਤੌਰ ਤੇ, ਵਕਤੀ ਤੌਰ ਤੇ ਮਿਲ ਰਹੇ ਨੇ। ਦੋ ਰਾਹ ਹੈ। ਉਸ ਤਰ੍ਹਾਂ ਵੀ ਹੋ ਸਕਦਾ, ਜ਼ਰੂਰੀ ਨਹੀਂ ਸਾਰੀਆਂ ਓਟਾਂ ਟੁੱਟ ਹੀ ਜਾਣ। ਘਰ ਦੀ ਓਟ ਟੁੱਟ ਜਾਏ, ਪਰਿਵਾਰ ਦੀ, ਮਿੱਤਰਾਂ ਦੀ, ਰਿਸ਼ਤੇਦਾਰਾਂ ਦੀ, ਕਹਿ ਦੇਣ। ਇਹ ਇੱਕ ਬਾਹਰਲੀ ਕਲਾ ਹੈ, ਵੱਖਰੀ ਵੱਖਰੀ ਵਾਪਰਦੀ। ਪਰ ਕਈਆਂ ਤੇ ਬਖਸ਼ਿਸ਼ ਹੋ ਜਾਂਦੀ। ਉਹ ਕਹਿੰਦੇ ਵੀ ਭਾਵੇਂ ਮੇਰਾ ਮਿੱਤਰ ਹੈ, ਭਾਵੇਂ ਮੇਰਾ ਸੰਬੰਧੀ ਹੈ, ਪਰ ਇਹ ਆਰਜੀ ਤੌਰ ਤੇ ਕੰਮ ਕਰ ਰਿਹਾ, ਮੈਨੂੰ ਪਤਾ ਵੀ ਮੇਰਾ ਸਹਾਰਾ ਹੈ ਨਹੀਂ। ਪਰ ਆਮ ਤੌਰ ਤੇ ਬੰਦਾ ਇੱਧਰ ਤਾਂ ਤੁਰੇਗਾ। ਇਹਨੂੰ ਕਹਿੰਦੇ ਨੇ ਵੈਰਾਗ ਭਗਤੀ। ਧਰੂ ਨੇ ਇੱਥੋਂ ਕੰਮ ਸ਼ੁਰੂ ਕੀਤਾ ਸੀ। ਭਗਤ ਧਰੂ ਦੀ ਗੱਲ ਆਉਂਦੀ। ਧਰੂ ਕਿਉਂ ਗਿਆ 5 ਸਾਲ ਦੀ ਉਮਰ ਵਿੱਚ? ਧਰੂ ਦਾ ਸਭ ਤੋਂ ਨਜ਼ਦੀਕੀ ਸਹਾਰਾ ਟੁੱਟ ਗਿਆ, ਪਿਤਾ। ਜਦੋਂ ਪਿਤਾ ਦੀ ਗੋਦ ਵਿੱਚ ਬੈਠਾ, ਫੜ ਕੇ ਉਠਾ ਦਿੱਤਾ ਉਹਦੀ ਮਤਰੇਈ ਮਾਂ ਨੇ। ਚੋਟ ਲੱਗੀ, ਝਟਕਾ ਲੱਗਾ ਸੰਸਾਰ। ਬਹੁਤੇ ਲੋਕ ਰੱਬ ਦੇ ਰਾਹ ਤੇ ਤੁਰੇ ਉਦੋਂ ਨੇ ਜਦੋਂ ਸੰਸਾਰ ਵੱਲੋਂ ਝਟਕਾ ਲੱਗਾ, ਬਹੁਤ ਤੇਜ਼ ਝਟਕਾ। ਜਿੰਨੀ ਤੇਜ਼ ਝਟਕਾ ਲੱਗੇਗਾ ਉਹਨਾਂ ਵਿਰਾਗ ਤੇਜ਼ ਹੋਵੇਗਾ, ਉਹਨਾਂ ਇੱਧਰ ਤੁਰੇਗਾ। ਸੰਸਾਰ ਛੁੱਟਦਾ ਨਹੀਂ, ਇੱਛਾ ਖਤਮ ਨਹੀਂ ਹੁੰਦੀ ਸੰਸਾਰ ਦੀ। ਔਰ ਉਹ ਵੀ ਹਿੰਮਤ ਵਾਲੇ ਲੋਕ ਨੇ ਕਿ ਝਟਕਾ ਲੱਗਣ ਤੇ ਵੀ ਜਾਗ ਪੈਣ। ਬਹੁਤ ਘੱਟ ਨੇ, ਨਹੀਂ ਤੇ ਸਾਨੂੰ ਰੋਜ਼ ਹੀ ਝਟਕੇ ਲੱਗਦੇ ਨੇ, ਫਿਰ ਉੱਥੇ ਡਿੱਗ ਪੈਂਦੇ ਜਾ ਕੇ। ਝਟਕਾ ਲੱਗਣ ਤੇ ਵੀ ਸਾਰੇ ਲੋਕ, ਕਿਉਂਕਿ ਛੁੱਟਣਾ ਬੜਾ ਕਠਿਨ ਹੈ। ਭਰਤਰੀ ਚੱਕਰਵਰਤੀ ਰਾਜਾ ਸੀ, ਇਹਨੂੰ ਚੋਟ ਲੱਗ ਗਈ ਸੰਸਾਰ ਤੋਂ, ਪਰਿਵਾਰ ਤੋਂ, ਛੱਡ ਕੇ ਚਲਾ ਗਿਆ। ਇਹ 7 ਵਾਰੀ ਵਾਪਸ ਆਇਆ ਸੀ ਘਰ, ਫਿਰ ਆਉਂਦਾ ਸੀ ਸਾਲ ਬਾਅਦ, ਖਿੱਚ ਪੈ ਜਾਂਦੀ ਸੀ ਸੰਸਾਰ। ਫਿਰ ਵਿਰਾਗ ਆਉਂਦਾ ਸੀ, ਫਿਰ ਚਲਾ ਜਾਂਦਾ ਸੀ। ਫਿਰ 7ਵੀਂ ਵਾਰ ਇਹ ਪੂਰੀ ਤਰ੍ਹਾਂ ਇਸ ਚੀਜ਼ ਨੂੰ ਤੋੜ ਸਕਿਆ, ਸੰਸਾਰ ਦੀ ਮੋਹ ਨੂੰ, ਖਿੱਚ ਨੂੰ। ਉਸ ਟਾਈਮ ਇਹਨੂੰ ਯੋਗ ਦੀ ਪ੍ਰਾਪਤੀ ਹੋਈ, ਜਾਂ ਜੋ ਉਹਨਾਂ ਦਾ ਰਾਹ ਸੀ। ਤਾਂ ਝਟਕੇ ਲੱਗਣ ਤੇ ਵੀ ਸਾਰੇ ਲੋਕ ਨਹੀਂ ਛੱਡਦੇ ਸੰਸਾਰ ਨੂੰ, ਉਹ ਵੀ ਬੜੇ ਹਿੰਮਤ ਵਾਲੇ ਲੋਕ ਨੇ। ਧਰੂ ਨੇ ਕਿਹਾ ਵੀ ਅੱਜ ਗੋਦ ਵਿੱਚੋਂ ਚੁੱਕ ਕੇ ਕੱਢਿਆ, ਬੰਦਗੀ ਕਰਨ ਵਾਸਤੇ ਤੁਰਿਆ। ਇਸ ਤਰ੍ਹਾਂ ਜਿਹੜੇ ਲੋਕ ਬੇਸਹਾਰੇ ਹੋ ਜਾਂਦੇ, ਉਹਨਾਂ ਦਾ ਸਹਾਰਾ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਕਹਿ ਰਹੇ ਨੇ, ਜਿਸ ਬੰਦੇ ਦੇ ਜੀਵਨ ਦੇ ਸਾਰੇ ਆਸਰੇ ਖਤਮ ਹੋ ਜਾਣ,
ਉਹਨਾਂ ਨੇ ਤੇਰੀ ਟੇਕ ਲਈ ਹੈ, ਉਹਨਾਂ ਨੇ ਤੇਰੇ ਨਾਲ ਪਿਆਰ ਕੀਤਾ ਹੈ, ਉਹੀ ਅਰਦਾਸ ਕਰ ਸਕਦੇ ਨੇ ਜਿਹੜੇ ਹਾਰ ਚੁੱਕੇ ਨੇ। ਅਰਦਾਸ ਦਾ ਵਿਸ਼ੇ ਇਹ ਹੈ, ਮੇਰੇ ਤੋਂ ਕੁਝ ਨਹੀਂ ਹੁੰਦਾ। ਅਰਦਾਸ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਮੈਂ ਕੁਝ ਨਹੀਂ ਕਰ ਸਕਦਾ, ਮੇਰੇ ਤੋਂ ਕੁਝ ਨਹੀਂ ਹੋ ਸਕਦਾ। ਇਸ ਲਈ 3 ਚੀਜ਼ਾਂ ਸੌਂਪਣੀਆਂ ਪੈਂਦੀਆਂ ਅਰਦਾਸ ਵਾਸਤੇ। ਇੱਥੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਰੰਭ ਕਰਦੇ ਨੇ। ਕਿੱਥੋਂ ਸ਼ੁਰੂਆਤ ਹੁੰਦੀ ਹੈ? ਹਜ਼ੂਰ ਕਹਿੰਦੇ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਇਹ 3 ਚੀਜ਼ਾਂ ਫੀਸ ਨੇ ਅਰਦਾਸ ਕਰਨ ਵਾਸਤੇ। ਜਦੋਂ ਇਹ ਜਮ੍ਹਾਂ ਕਰਾਂਗੇ ਤੇ ਅਰਦਾਸ ਉਸ ਤੋਂ ਬਾਅਦ ਸ਼ੁਰੂ ਹੋਣੀ, ਉਸ ਤੋਂ ਪਹਿਲਾਂ ਨਹੀਂ। ਤਨ ਮਨ ਤੇ ਧਨ, ਤਿੰਨਾਂ ਚੀਜ਼ਾਂ ਨੂੰ ਅਸੀਂ ਘੁੱਟ ਕੇ ਫੜਿਆ ਹੈ। ਔਰ ਤਿੰਨੇ ਹੀ ਦੁੱਖ ਦੇ 3 ਹਿੱਸੇ ਨੇ। ਜਿਸ ਦੁੱਖ ਨੂੰ ਅਸੀਂ ਛੱਡਣਾ ਚਾਹੁੰਦੇ, ਸਾਡਾ 3 ਹਿੱਸੇ ਜੀਵਨ ਦੇ। ਸਰੀਰ ਨਾਲ ਸਾਡਾ ਮੋਹ, ਮਨ ਨਾਲ ਤੇ ਧਨ ਨਾਲ, ਪ੍ਰਾਪਰਟੀ ਦੇ ਨਾਲ। ਇਹ ਤਿੰਨੇ ਚੀਜ਼ਾਂ ਦੁੱਖ ਦਾ ਕੇਂਦਰ ਬਿੰਦੂ ਨੇ। ਇਹਨਾਂ ਦੇ ਵਿੱਚੋਂ ਹੀ ਦੁੱਖ ਆ ਰਿਹਾ ਸਾਨੂੰ। ਜਿੰਨਾ ਦੁੱਖ ਮਿਲਦਾ ਜਾਂ ਧਨ ਵਿੱਚੋਂ ਮਿਲਦਾ, ਜਾਂ ਤਨ ਵਿੱਚੋਂ ਮਿਲਦਾ, ਤੇ ਜਾਂ ਮਨ ਵਿੱਚੋਂ। ਮਨ ਨਾਲ ਆਦਮੀ ਜੁੜਿਆ, ਸਭ ਤੋਂ ਗਹਿਰੀ ਮਿੱਤਰਤਾ ਇਹਦੀ ਮਨ ਨਾਲ। ਤਨ ਤੇ ਉਹਦੇ ਅੱਗੇ। ਇਸ ਲਈ ਸਭ ਤੋਂ ਡੂੰਘਾਈ ਇਹਦੀ ਮਨ ਨਾਲ ਜੁੜੀ ਹੋਈ। ਮਨ ਕਰਕੇ ਹੀ ਦੁਖੀ ਹੈ, ਮਨ ਕਰਕੇ ਹੀ ਸੁਖੀ ਹੈ। ਮਨ ਦੀਆਂ ਜਿਹੜੀਆਂ ਫਿਕਸ ਕੀਤੀਆਂ ਹੋਈਆਂ ਵਿਚਾਰਾਂ ਨੇ, ਉਹਨਾਂ ਦੇ ਨਾਲ ਹੀ ਦੁਖੀ ਹੋ ਜਾਂਦਾ। ਮਨ ਦੀਆਂ ਵਿਚਾਰਾਂ ਤਬਦੀਲ ਹੋਣ ਦੇ ਨਾਲ ਹੀ ਸੁਖੀ ਹੋ ਜਾਂਦਾ ਹੈ। ਸਿਰਫ ਖਿਆਲਾਂ ਦੇ ਆਧਾਰ ਤੇ, ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ, ਇੱਕ ਆਦਮੀ ਮੰਜੇ ਤੇ ਸੁੱਤਾ ਹੈ, ਰਾਤ ਸੌਂ ਗਿਆ ਆਰਾਮ ਦੇ ਨਾਲ। ਦੁੱਖ ਤੇ ਸੁੱਖ ਕੀ ਹੈ? ਰਾਤ ਨੂੰ ਹਵਾ ਚੱਲੀ, ਹਨੇਰੀ ਆਈ, ਇੱਕ ਰੱਸੀ ਉੱਡ ਕੇ ਉਹਦੇ ਮੰਜੇ ਦੇ ਪਾਵੇ ਦੇ ਨਾਲ ਅੜ ਗਈ। ਉਹ ਸੁੱਤਾ ਹੋਇਆ, ਉੱਪਰੋਂ ਚੰਦਰਮਾ ਚਮਕਦਾ ਹੈ। ਜਦੋਂ ਅੱਧੀ ਰਾਤ ਤੋਂ ਬਾਅਦ ਉਹਨੂੰ ਜਾਗ ਆਉਂਦੀ ਹੈ, ਚੌਂ ਪਾਸੇ ਹਵਾ ਚੱਲ ਰਹੀ ਹੈ, ਤੇ ਉਸ ਹਵਾ ਦੇ ਵਿੱਚ ਉਹਨੇ ਸੋਚਿਆ ਵੀ ਉਤਰ ਕੇ ਮੰਜਾ ਅੰਦਰ ਲੈ ਚਲਾਂ, ਕਿਤੇ ਬਾਰਿਸ਼ ਨਾ ਆ ਜਾਏ। ਜਦੋਂ ਉੱਠਣ ਲੱਗਾ ਤੇ ਥੋੜਾ ਜਿਹਾ ਚਾਨਣ, ਥੋੜਾ ਜਿਹਾ ਹਨੇਰਾ ਸੀ। ਵੇਖਿਆ ਮੰਜੇ ਦੇ ਪਾਵੇ ਦੇ ਨਾਲ ਉੱਡ ਕੇ ਤਾਂ ਰੱਸੀ ਆਈ ਸੀ, ਪਰ ਉਸ ਹਨੇਰੇ ਦੇ ਵਿੱਚ ਉਹ ਸੱਪ ਦਿਸਦਾ। ਜਦੋਂ ਹਿੱਲਦੀ ਰੱਸੀ, ਸੱਪ ਦਿਸਦਾ। ਸੱਪ ਵੇਖ ਕੇ, ਸੱਪ ਬਾਰੇ ਸੋਚ ਕੇ ਉੱਥੇ ਹੀ ਰੁਕ ਗਿਆ। ਸਾਰੀ ਰਾਤ ਕੰਬਦਾ ਰਿਹਾ, ਸਾਰੀ ਰਾਤ ਡਰਦਾ ਰਿਹਾ ਵੀ ਇਹ ਸੱਪ ਤਾਂ ਹੁਣੇ ਚੜਿਆ ਲੋ ਮੰਜੇ ਤੇ, ਹੁਣੇ ਮਾਰੇਗਾ ਡੰਗ, ਹੁਣੇ ਕਰ ਦੇਗਾ ਖਤਮ। ਸਾਰੀ ਰਾਤ ਉਹ ਸੱਪ ਤੋਂ ਡਰਦਾ ਰਿਹਾ। ਹਨੇਰਾ ਸੀ, ਪਰ ਜਦੋਂ ਸਵੇਰੇ ਸੂਰਜ ਚੜਿਆ ਨਾ, ਚਾਨਣ ਲੱਗਾ, ਤੇ ਚਾਨਣ ਵਿੱਚ ਵੇਖਿਆ ਵੀ ਸੱਪ ਤੇ ਹੈ ਨਹੀਂ ਸੀ, ਰੱਸੀ ਸੀ। ਮੈਂ ਰੱਸੀ ਤੋਂ ਸਾਰੀ ਰਾਤ ਡਰਦਾ ਰਿਹਾ। ਦੁੱਖ ਹੈ ਬੰਦੇ ਦੇ ਵਿਚਾਰ ਕਰਕੇ। ਜਿਹੜੀ ਚੀਜ਼ ਤੋਂ ਆਦਮੀ ਦੁਖੀ ਹੈ, ਉਹ ਚੀਜ਼ ਦੁੱਖ ਦੇ ਨਹੀਂ ਰਹੀ, ਦੁੱਖ ਉਹਦੇ ਵਿਚਾਰਾਂ ਕਰਕੇ ਪੈਦਾ ਹੋ ਰਿਹਾ। ਅੰਦਰੋਂ ਉਹਨੇ ਫਿਕਸ ਕਰ ਲਿਆ ਵੀ ਇਹ ਕੀ ਹੈ। ਜਿਵੇਂ ਸੂਰਜ ਚੜ੍ਹਨ ਦੇ ਨਾਲ ਪਤਾ ਲੱਗ ਗਿਆ ਵੀ ਇਹ ਰੱਸੀ ਹੈ, ਸੱਪ ਨਹੀਂ, ਦੁੱਖ ਮਿਟ ਗਿਆ। ਇਸ ਤਰ੍ਹਾਂ ਜਦੋਂ ਗੁਰੂ ਕੇ ਸ਼ਬਦ ਦਾ ਚਾਨਣ ਹੋਵੇਗਾ ਜ਼ਿੰਦਗੀ ਦੇ ਵਿੱਚ, ਪ੍ਰਕਾਸ਼ ਆ ਜਾਏਗਾ ਗੁਰਬਾਣੀ ਦਾ। ਗੁਰਬਾਣੀ ਇਸ ਜਗ ਮਹਿ ਚਾਨਣ। ਜਦੋਂ ਚਾਨਣ ਆਏਗਾ ਤੇ ਸਾਨੂੰ ਪਤਾ ਲੱਗੇਗਾ ਵੀ ਸਾਡੇ ਮਨ ਦੇ ਆਲੇ ਦੁਆਲੇ ਜਿਹੜੇ ਵਿਚਾਰਾਂ ਦੇ ਸੱਪ ਫਿਰਦੇ ਸਨ, ਜਿਨ੍ਹਾਂ ਤੋਂ ਅਸੀਂ ਘਬਰਾਏ ਹੋਏ ਸੀ, ਡਰੇ ਹੋਏ ਸੀ, ਉਹ ਅਸਲ ਵਿੱਚ ਸੱਪ ਹੈ ਹੀ ਨਹੀਂ ਸਨ, ਉਹ ਦੁੱਖ ਹੈ ਹੀ ਨਹੀਂ ਸਨ। ਉਸ ਚਾਨਣ ਦੇ ਵਿੱਚ ਹੀ ਬੰਦੇ ਦੀ ਜ਼ਿੰਦਗੀ ਉਹ ਮੁਕਤ ਹੋ ਸਕਦਾ, ਨਾ ਕਿ ਕਿਸੇ ਹੋਰ ਖਿਆਲਾਂ ਦੇ ਨਾਲ। ਇਸ ਕਰਕੇ ਗੁਰਬਾਣੀ ਦੇ ਚਾਨਣ ਵਿੱਚ, ਗੁਰਬਾਣੀ ਦੇ ਸੂਰਜ ਵਿੱਚ, ਗੁਰੂ ਕੇ ਸ਼ਬਦ ਦੇ ਪ੍ਰਕਾਸ਼ ਦੇ ਵਿੱਚ ਜਿਨ੍ਹਾਂ ਨੇ ਇਸ ਜ਼ਿੰਦਗੀ ਨੂੰ ਦੇਖਿਆ, ਉਹਨਾਂ ਨੂੰ ਪਤਾ ਲੱਗਾ ਇਹ ਸਭ ਕੁਝ, ਜਿਹੜੀਆਂ ਚੀਜ਼ਾਂ ਤੋਂ ਅਸੀਂ ਡਰੀ ਜਾਂਦੇ ਹਾਂ, ਅਸਲੀਅਤ ਵਿੱਚ ਇਹ ਡਰ ਨਹੀਂ। ਡਰ ਸਿਰਫ ਇਸ ਚੀਜ਼ ਦਾ ਹੈ, 2 ਡਰਾਂ ਦਾ ਮਨੁੱਖ ਸ਼ਿਕਾਰ ਹੈ, 2 ਗਲਤੀਆਂ ਦਾ ਸ਼ਿਕਾਰ ਹੈ, 2 ਪ੍ਰਕਾਰ ਦਾ ਅਗਿਆਨ ਹੈ ਉਹਦੇ ਅੰਦਰ, ਪਰ 2 ਪ੍ਰਕਾਰ ਦੇ ਗਿਆਨ ਪੈਦਾ ਹੋ ਸਕਦਾ ਹੈ। ਇਹਦਾ ਸਭ ਤੋਂ ਵੱਡਾ ਡਰ ਤੇ ਅਗਿਆਨ ਇਹ ਹੈ, ਇਹਨੇ ਉਹਨਾਂ ਚੀਜ਼ਾਂ ਨੂੰ ਸਦੀਵੀ ਸਮਝਿਆ ਜੋ ਇਹਦੀਆਂ ਨਹੀਂ, ਤੇ ਉਸ ਵਸਤੂ ਨੂੰ ਆਪਣਾ ਨਹੀਂ ਸਮਝਿਆ ਜੋ ਸਦਕਾਲੀ ਇਹਦੀ ਹੈ। ਇਸ ਕਰਕੇ ਇਹਦੇ ਦੁੱਖ ਦੀਆਂ ਜੜ੍ਹਾਂ ਬਹੁਤ ਲੰਮੀਆਂ ਹੋ ਗਈਆਂ। ਜਿਹੜੀ ਵਸਤੂ ਆਪਣੀ ਨਹੀਂ, ਪੜ੍ਹੋ ਬਾਣੀ ਸੁਖਮਣੀ ਸਾਹਿਬ ਦੇ ਵਿੱਚ, ਸੰਗ ਸਹਾਈ ਸੋ ਆਵੇ ਨਾ ਚੀਤ। ਜਿਹੜੀ ਚੀਜ਼ ਇਹਦੀ ਆਪਣੀ, ਉਹਨੂੰ ਆਪਣੀ ਨਹੀਂ ਸਮਝਦੀ।
ਇਹਦੀ ਨਿੱਜੀ ਤੌਰ ਤੇ ਨਿਜ ਤਵ ਇਹਦਾ ਤੱਤ ਜਿਹੜਾ ਸਰੀਰ ਵੀ ਆਪਣਾ ਨਹੀਂ, ਕਿਉਂਕਿ ਇਹ ਸਰੀਰ ਜਿਹੜਾ ਇਹ ਤੋਂ ਛੁੱਟ ਜਾਣਾ। ਸਭ ਤੋਂ ਪਹਿਲਾਂ ਇਹਨੂੰ ਪਕੜਿਆ ਹੋਇਆ ਸਰੀਰ ਨੂੰ। ਸੰਗ ਸਹਾਈ, ਪਰ ਜਿਹੜੀ ਨਾਮ ਦੀ ਦਾਤ, ਗੁਰੂ ਕੀ ਬਖਸ਼ਿਸ਼ ਜਿਹੜੀ ਇਹ ਕਮਾਈ ਕਰੇਗਾ, ਉਹ ਇਹਦੇ ਅੰਦਰ ਦਾ ਖਜ਼ਾਨਾ ਹੈ, ਉਹ ਇਹਦੇ ਨਾਲ ਸੰਗ ਸਹਾਈ ਹੈ, ਇਹਦੀ ਸਹਾਇਤਾ ਕਰਨ ਵਾਲਾ ਹੈ, ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਇਤਾ ਕਰਨ ਵਾਲਾ ਹੈ। ਪਰ ਇਹ ਮਨ ਕਦੀ ਵੀ ਇਸ ਗਿਆਨ ਨੂੰ ਸਮਝਣ ਵਾਸਤੇ ਤਿਆਰ ਨਹੀਂ। ਉਹ ਜਿਹੜੀਆਂ ਚੀਜ਼ਾਂ ਇਹਦੇ ਕੰਮ ਨਹੀਂ ਆਉਣ ਵਾਲੀਆਂ ਉਹਨਾਂ ਨੂੰ ਪਕੜ ਕੇ ਬੈਠ ਗਿਆ ਮਨ ਦੇ ਤੌਰ ਤੇ ਜਿਹੜੀ ਵਸਤੂ ਸਦੀਵ ਕਾਲ ਵਾਸਤੇ ਅਕਾਲ ਪੁਰਖ ਦਾ ਨਾਮ ਹੈ, ਉਹਨੂੰ ਜਪਣ ਵਾਸਤੇ, ਉਹਨੂੰ ਧਿਆਉਣ ਵਾਸਤੇ, ਉਹਨੂੰ ਅੰਦਰ ਟਿਕਾਉਣ ਲਈ ਥਾਂ ਨਹੀਂ, ਉਹਨੂੰ ਸਿਰਫ ਇੱਕ ਵਾਧੂ ਦਾ ਕਾਰਜ ਸਮਝ। ਇਹਨੂੰ ਕਹਿੰਦੇ ਸਭ ਤੋਂ ਵੱਡੀ ਅਗਿਆਨਤਾ ਜ਼ਿੰਦਗੀ ਦੀ, ਕਿ ਉਹ ਬਗਾਨੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖੀ ਜਾਂਦਾ ਹੈ। ਇਹਨੂੰ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ, ਜਿਵੇਂ ਇੱਕ ਰਾਖਾ ਖੇਤ ਦੇ ਉੱਤੇ ਸਾਰਾ ਦਿਨ ਖੇਤ ਦੀ ਰਾਖੀ ਕਰਦਾ ਰਹਿੰਦਾ, ਜਿਉਂ ਰਾਖਾ ਖੇਤ ਉੱਪਰ ਬਹੁ ਕੜਾ। ਰਾਖੇ ਦਾ ਮਤਲਬ ਕਿਸੇ ਜ਼ਿਮੀਂਦਾਰ ਦਾ ਖੇਤ ਸੀ ਝੋਨੇ ਦਾ, ਮੱਕੀ ਦਾ, ਉਹਨੇ ਦਿਹਾੜੀ ਤੇ ਆਦਮੀ ਲੈ ਆਂਦਾ ਰਾਖੀ ਕਰਨ ਵਾਸਤੇ ਪੰਛੀਆਂ ਤੋਂ, ਵੀ ਉਹਦਾ ਨੁਕਸਾਨ ਨਾ ਕਰਨ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜਿਵੇਂ ਉਹ ਰਾਖੀ ਕਰਨ ਵਾਲਾ ਸਾਰਾ ਦਿਨ ਕੱਢਦਾ ਰਹਿੰਦਾ ਗਰਮੀ ਵਿੱਚ, ਉਹਦੀ ਰਾਖੀ ਕਰਦਾ, ਜਿਉਂ ਰਾਖਾ ਖੇਤ ਉੱਪਰ ਬਹੁ ਕੜਾ, ਪਰ ਜਦੋਂ ਫਸਲ ਪੱਕਦੀ ਉਹ ਜ਼ਿਮੀਂਦਾਰ ਦੀ ਹੈ, ਉਸ ਰਾਖੇ ਦੀ ਨਹੀਂ। ਤਿਸ ਕੇ ਪਾਲੇ ਕਛੂ ਨਾ ਪੜੈ, ਉਹਦੇ ਪੱਲੇ ਕੁਝ ਨਹੀਂ ਪੈਣਾ, ਕਿਉਂਕਿ ਉਹ ਖੇਤੀ ਉਹਦੀ ਨਹੀਂ ਹੈ। ਇਸੇ ਤਰ੍ਹਾਂ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਵੀ ਆਹ ਜਿਹੜੀਆਂ ਚੀਜ਼ਾਂ ਨੇ, ਤੂੰ ਵਕਤੀ ਤੌਰ ਤੇ ਸਿਰਫ ਇਹਨਾਂ ਦੀ ਵਰਤੋਂ ਕਰਨੀ ਹੈ। ਆਹ ਪਦਾਰਥ ਹੈ ਜਿੰਨਾ ਸਮੇਤ ਸਰੀਰ ਦੇ, ਤੇ ਇਹਨਾਂ ਦੀ ਰਾਖੀ ਕਰਨ ਵਾਸਤੇ ਤੈਨੂੰ ਰੱਬ ਨੇ ਭੇਜਿਆ। ਤੇਰੇ ਤੋਂ ਪਹਿਲਾਂ ਜਿਹੜੀ ਪੀੜ੍ਹੀ ਸੀ ਉਹਨਾਂ ਨੇ ਵੀ ਰਾਖੀ ਕੀਤੀ, ਉਹ ਰਾਖੀ ਕਰਦੇ ਰਹੇ ਤੇ ਇਕੱਠਾ ਕਰ ਕਰਕੇ ਸਾਨੂੰ ਦੇ ਗਏ। ਆਪਾਂ ਰਾਖੀ ਕਰ ਰਹੇ ਹਾਂ, ਹੋਰ ਇਹਦਾ ਕੀ ਕਰ ਰਹੇ ਹਾਂ? ਵਰਤਣਾ ਤੇ ਉਹੀ ਜਿਹੜਾ ਮਨੁੱਖ ਨੇ ਖਾਣਾ, ਇਸ ਤੋਂ ਵੱਧ ਥੋੜੀ। ਅਸੀਂ ਰਾਖੀ ਕਰ ਰਹੇ ਹਾਂ ਤੇ ਇੱਕ ਦਿਨ ਇਹ ਜਿਹੜੇ ਖੇਤ ਦੇ ਸਾਰਾ ਸਿਸਟਮ ਜਿਹੜਾ ਸਾਡੇ ਹੱਥੋਂ ਨਿਕਲ ਜਾਏ, ਪਰ ਅਸੀਂ ਇਸ ਖੇਤ ਨੂੰ ਆਪਣਾ ਸਮਝ ਕੇ ਭਰਮ ਵਿੱਚ ਪਏ ਹਾਂ। ਉਹਦੇ ਨਾਲ ਕੀ ਹੁੰਦਾ? ਮਨ ਦੀ ਖਿੱਚ ਗਹਿਰੀ ਹੋ ਜਾਂਦੀ, ਧਿਆਨ ਦੇ ਵਿੱਚ ਪਦਾਰਥ ਜਿਹੜਾ ਹੈ ਉਹਦੀ ਪਕੜ ਹੋ ਜਾਂਦੀ, ਛਾਂ ਪੈ ਜਾਂਦੀ। ਤੇ ਪਦਾਰਥ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਸੰਸਾਰ ਦੇ ਜਿੰਨੇ ਪਦਾਰਥ ਨੇ ਨਾ, ਮੈਂ ਬੇਨਤੀ ਕਰਦਿਆਂ ਥੋੜੇ ਮਿੰਟਾਂ ਵਿੱਚ, ਹਰ ਇੱਕ ਪਦਾਰਥ ਭਾਵੇਂ ਉਹ ਜਿਉਂਦਾ ਤੇ ਭਾਵੇਂ ਮਰਿਆ ਹੋਇਆ, ਕਿਉਂਕਿ ਦੋ ਤਰ੍ਹਾਂ ਦੇ ਪਦਾਰਥ ਨੇ ਨਾ, ਜਿਉਂਦੀ ਚੀਜ਼ ਤੇ ਜੜ ਵਸਤੂ। ਜੜ ਦਾ ਮਤਲਬ ਜਿਹਦੀ ਵੈਲਿਊ ਹੈ ਪਰ ਉਹ ਜਿਉਂਦੀ ਨਹੀਂ। ਹਰ ਇੱਕ ਜਿਉਂਦੇ ਪਦਾਰਥ ਦਾ ਤੇ ਮਰੇ ਹੋਏ ਪਦਾਰਥ ਦਾ ਇੱਕ ਸੁਭਾਅ ਹੁੰਦਾ ਹੈ। ਜਦੋਂ ਉਹਦੇ ਨਾਲ ਅਸੀਂ ਪ੍ਰੀਤ ਪਾਉਂਦੇ ਹਾਂ ਤੇ ਉਹਦਾ ਸੁਭਾਅ ਸਾਡੇ ਵਿੱਚ ਪ੍ਰਵੇਸ਼ ਕਰ ਜਾਂਦਾ। ਜਿਵੇਂ ਜੜ ਵਸਤੂ ਮਾਇਆ ਹੈ, ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਮਕਾਨ, ਧਨ, ਵਸਤਰ, ਖਾਣ ਪੀਣ ਦੀਆਂ ਵਸਤੂਆਂ, ਇਹਨਾਂ ਵਿੱਚ ਜਿੰਨੀ ਖਿੱਚ ਵੱਧ ਜਾਂਦੀ ਹੈ, ਉਹਨਾਂ ਦਾ ਸੂਖਸ਼ਮ ਸੁਭਾਅ ਸਾਡੇ ਮਨ ਵਿੱਚ ਪ੍ਰਵੇਸ਼ ਕਰ ਜਾਂਦਾ। ਜਦੋਂ ਅਸੀਂ ਇਸ ਜਗਤ ਨੂੰ, ਸਰੀਰ ਨੂੰ ਤਿਆਗਨੇ ਆ ਤੇ ਉਹ ਪਦਾਰਥ ਦੇ ਨਾਲ ਜਾ ਨਹੀਂ ਸਕਦਾ, ਪਰ ਉਸ ਪਦਾਰਥ ਦੇ ਸੂਖਸ਼ਮ ਸੁਭਾਅ ਜਿਹੜੇ ਨੇ ਸਾਡੇ ਨਾਲ ਚਲੇ ਜਾਂਦੇ, ਅੰਦਰ ਵਸ ਜਾਂਦੇ ਨੇ। ਉਹਦੇ ਨਾਲ ਸਾਡਾ ਅਗਲਾ ਜਿਹੜਾ ਰਸਤਾ ਉਹ ਬਿਲਕੁਲ ਧੁੰਦਲਾ ਹੋ ਜਾਂਦਾ, ਜਿਵੇਂ ਅੱਖਾਂ ਦੇ ਅੱਗੇ ਮਿੱਟੀ ਜੰਮ ਗਈ, ਫਿਰ ਉੱਥੇ ਨਹੀਂ ਦਿਸਦਾ, ਕੁਝ ਰਾਹ ਨਹੀਂ ਮਿਲਦਾ। ਤੇ ਆਦਮੀ ਨੂੰ ਉਹਨਾਂ ਦਾ ਮੋਹ ਹਮੇਸ਼ਾ ਹਨੇਰੇ ਵਿੱਚ ਰੱਖਦਾ, ਦੁੱਖ ਵਿੱਚ ਰੱਖਦਾ ਹੈ, ਔਰ ਇਸ ਤਰ੍ਹਾਂ ਜੀਵਨ ਦਾਗਾਂ ਨਾਲ ਭਰਿਆ ਜਾਂਦਾ। ਜਦੋਂ ਅਕਾਲ ਪੁਰਖ ਦੀ ਦਰਗਾਹ ਵਿੱਚ ਜਾਂਦਾ ਤੇ ਉੱਥੇ ਦਾਗ ਦਿਸ ਪੈਂਦੇ ਨੇ ਵੀ ਇਹਨੇ ਕਿਹੜੀ ਕਿਹੜੀ ਗਲਤੀ ਕੀਤੀ, ਕਿਹੜੇ ਥਾਂ ਤੇ ਗਿਆ। ਦਾਗ ਦੋਸ਼ ਨੂੰ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਇਸ ਤਰ੍ਹਾਂ ਸਤਿਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ, ਸਮਝਾਇਆ ਕਿ ਤੂੰ ਆਪਣੇ ਮਨ ਦੀ ਜਿਹੜੀ ਅਟੈਚਮੈਂਟ ਹੈ, ਜਿਹੜਾ ਜੋੜ ਹੈ, ਉਸ ਚੀਜ਼ ਦੇ ਨਾਲ ਲਾ ਕੇ ਰੱਖ ਜੋ ਤੇਰਾ ਅਸਲੀ ਖਜ਼ਾਨਾ ਹੈ, ਅਕਾਲ ਪੁਰਖ ਦਾ ਨਾਮ। ਉਹਦੇ ਨਾਲ ਜੁੜੇਗਾ, ਤੇਰੇ ਅੰਦਰ ਆਨੰਦ ਦਾ ਇੱਕ ਖਜ਼ਾਨਾ ਇਕੱਠਾ ਹੋ ਜਾਏਗਾ, ਤੇ ਆਉਣ ਵਾਲੇ ਸਮੇਂ ਵਿੱਚ ਉਹ ਤੇਰਾ ਸਹਾਈ ਬਣੇਗਾ, ਤੇਰੇ ਨਾਲ ਤੁਰੇਗਾ, ਤੈਨੂੰ ਚਾਨਣ ਦੇਵੇਗਾ, ਤੇਰਾ ਸਹਾਰਾ ਬਣੇਗਾ। ਇਸ ਘਰ ਦੇ ਤਿਆਗਣ ਤੋਂ ਪਹਿਲਾਂ ਇੱਕ ਅਗਲਾ ਘਰ ਤਿਆਰ ਕਰ, ਜਿਹਨੂੰ ਇਸ ਸ਼ਬਦ ਵਿੱਚ ਕਹਿ ਰਹੇ ਨੇ। ਉਹ ਕਿਵੇਂ ਤਿਆਰ ਹੋਵੇਗਾ? ਉਹਦੀ ਆਰੰਭਤਾ ਕਿੱਥੋਂ ਸ਼ੁਰੂ ਹੁੰਦੀ ਹੈ? ਸੱਚੇ ਪਾਤਸ਼ਾਹ ਜੀ ਨੇ 3 ਚੀਜ਼ਾਂ ਕਹੀਆਂ। ਕਹਿੰਦੇ 3 ਚੀਜ਼ਾਂ ਤੂੰ ਆਪਣੇ ਗੁਰੂ ਨੂੰ ਸੌਂਪ ਦੇ। ਆਪਣਾ ਸਰੀਰ ਸੌਂਪ ਦੇ, ਆਪਣਾ ਮਨ ਸੌਂਪ ਦੇ, ਤੇ ਆਪਣਾ ਧਨ ਸੌਂਪ ਦੇ। 3 ਚੀਜ਼ਾਂ ਦੇ
ਭਾਵੇਂ ਕਿ ਗੁਰੂ ਨੂੰ ਇਹਦੀ ਲੋੜ ਨਹੀਂ, ਪਰ ਜਦੋਂ ਤੂੰ ਗੁਰੂ ਨੂੰ ਇਹ ਸਾਰੀਆਂ ਚੀਜ਼ਾਂ ਦੇਏਗਾ ਨਾ, ਤੇਰੇ ਅੰਦਰ ਇਹਨਾਂ ਚੀਜ਼ਾਂ ਨਾਲ ਜਿਹੜੀ ਮੈਲ ਲੱਗੀ ਉਹ ਵੀ ਨਿਕਲ ਜਾਏਗੀ। ਮਨ ਦੇਣ ਦੇ ਨਾਲ ਮਨ ਵਿੱਚ ਜਿਹੜੀ ਮੈਲ ਹੈ ਉਹ ਵੀ ਖਤਮ ਹੋ ਗਈ, ਸਰੀਰ ਦੀ ਮੈਲ ਵੀ। ਤੇ ਗੁਰੂ ਕਾ ਬਚਨ, ਗੁਰੂ ਕੀ ਬਖਸ਼ਿਸ਼ ਤੈਨੂੰ ਮਿਲੇਗੀ। ਜੇ ਤੇਰੇ ਮਨ ਦੇ ਵਿੱਚ ਖਿੱਚ ਹੋਈ ਤਾਂ ਹੋਵੇਗਾ, ਨਹੀਂ ਤਾਂ ਕੁਝ ਵੀ ਨਹੀਂ ਹੋਵੇਗਾ। ਨਹੀਂ ਤਾਂ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਪੜ੍ਹਨਾ ਵੀ ਸੁਣਨਾ ਵੀ ਗੁਣਨਾ ਵੀ। ਜੇ ਅੰਦਰ ਖਿੱਚ ਨਹੀਂ, ਫਿਰ ਗੁਰੂ ਅਮਰਦਾਸ ਜੀ ਨੇ ਕਿਹਾ ਭਾਵੇਂ 100 ਫੇਰਾ ਆਵੋ ਜਾਓ, ਕਿੰਨੇ ਫੇਰੇ ਲਾਈ ਜਾਓ। ਜੇ ਇੱਛਾ ਨਹੀਂ ਜਾਗੀ ਗੁਰੂ ਕੇ ਉਪਦੇਸ਼ ਦੀ, ਇੱਛਾ ਤਬਦੀਲ ਨਹੀਂ ਹੋਈ, ਉਹਨਾਂ ਚਿਰ ਇਸ ਘਰ ਵਿੱਚੋਂ ਸਾਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਤਿੰਨ ਚੀਜ਼ਾਂ ਸੱਚੇ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਹੀਆਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ। ਇਹ ਤਿੰਨ ਚੀਜ਼ਾਂ ਗੁਰੂ ਨੂੰ ਸੌਂਪਣੀਆਂ ਨੇ। ਇਹਦੇ ਤੋਂ ਬਾਅਦ ਤੇਰੀ ਜ਼ਿੰਦਗੀ ਦੇ ਕਾਰਜ ਰਾਸ ਹੋਣਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੜੇ ਪਿਆਰੇ ਬਚਨ ਸੁਖਮਣੀ ਸਾਹਿਬ ਵਿੱਚ ਕਹਿੰਦੇ, ਇੱਕ ਵਾਰੀ ਪੜ੍ਹੀਏ ਪਿਆਰ ਨਾਲ। ਮਨ ਵੇਚੈ ਸਤਿਗੁਰ ਕੈ ਪਾਸ, ਮਨ ਵੇਚੈ ਸਤਿਗੁਰ ਕੈ ਪਾਸ, ਮਨ ਵੇਚੈ ਮਨ ਵੇਚੈ ਸਤਿਗੁਰ ਕੈ ਪਾਸ, ਮਨ ਵੇਚੈ ਸਤਿਗੁਰ ਕੈ ਪਾਸ। ਤਿਸ ਸੇਵਕ ਕੇ ਕਾਰਜ ਰਾਸ, ਤਿਸ ਸੇਵਕ ਕੈ ਕਾਰਜ ਰਾਸ, ਤਿਸ ਸੇਵਕ ਕੈ ਮਨ ਵੇਚੈ ਸਤਿਗੁਰ ਕੈ ਪਾਸ, ਮਨ ਵੇਚੈ ਸਤਿਗੁਰ ਕੈ ਪਾਸ। ਦੁੱਖਾਂ ਦੀ ਇੱਕ ਪੰਡ ਸੀ ਮਨ, ਜਿਹੜਾ ਗੁਰੂ ਨੂੰ ਦੇ ਦਿੱਤਾ, ਤੇ ਸਤਿਗੁਰੂ ਨੇ ਉਸ ਭਾਂਡੇ ਦੇ ਵਿੱਚੋਂ ਦੁੱਖ ਕੱਢ ਦਿੱਤਾ। ਦੁੱਖ ਦਾ ਮਤਲਬ ਸੀ ਇੱਛਾਵਾਂ ਦੀ ਭਰਮਾਰ। ਇੰਨੀਆਂ ਇੱਛਾਵਾਂ, ਇੰਨਾ ਲੋਭ, ਇੰਨੀ ਤ੍ਰਿਸ਼ਨਾ, ਉਹ ਕੱਢ ਦਿੱਤੀ ਸਤਿਗੁਰੂ ਨੇ ਧੋ ਕੇ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਬੁਰਿਆਈਆਂ ਕੱਢ ਕੇ ਉਸ ਭਾਂਡੇ ਦੇ ਵਿੱਚ ਸੱਚੇ ਪਾਤਸ਼ਾਹ ਨੇ ਨਾਮ ਪਾ ਕੇ ਸਾਨੂੰ ਦਿੱਤਾ, ਤੇ ਫਿਰ ਕਿਹਾ ਵੀ ਹੁਣ ਸੰਭਾਲ ਕੇ ਰੱਖੀ। ਤੂੰ ਇੰਨਾ ਕੁਝ ਬਾਹਰੋਂ ਖਿੱਚ ਕੇ ਦੇ ਵਿੱਚ ਪਾ ਕੇ ਲੈ, ਧੋ ਦਿੱਤਾ ਜੀਵਨ, ਧੁੱਪਿਆ ਹੋਇਆ ਜੀਵਨ ਨਾਮ ਵਿੱਚ ਪਾ ਕੇ ਵਾਪਸ ਦਿੱਤਾ। ਫਿਰ ਪਤਾ ਲੱਗਾ ਵੀ ਜ਼ਿੰਦਗੀ ਜਿਉਣ ਦਾ ਕੀ ਅਰਥ ਸੀ, ਕਿਵੇਂ ਰਹਿਣਾ ਸੀ। ਉਸ ਵਕਤ ਪਤਾ ਲੱਗਾ। ਜਦੋਂ ਇਸ ਦਸ਼ਾ ਵਿੱਚ ਬੰਦਾ ਜਾਂਦਾ ਹੈ, ਉਦੋਂ ਉਹਨੂੰ ਇੰਝ ਲੱਗਦਾ ਵੀ ਪਿਛਲਾ ਜੀਵਨ ਮੇਰਾ ਇਸ ਤਰ੍ਹਾਂ ਸੀ ਜਿਵੇਂ ਮਸ਼ੀਨ ਹੁੰਦੀ, ਮਸ਼ੀਨ ਚੱਲਦੀ ਰਹੀ, ਮਾਸ ਦੀ ਮਸ਼ੀਨ, ਕੁਝ ਵੀ ਨਹੀਂ ਕੀਤਾ ਜ਼ਿੰਦਗੀ ਵਿੱਚ। ਜਿੱਦਣ ਜਾਗ ਆ ਗਈ ਉਸ ਦਿਨ ਪਤਾ ਲੱਗੇਗਾ। ਜੇ ਤਾਂ ਸੁੱਤੇ ਹੋਏ ਆ, ਸੁੱਤੇ ਵਿੱਚ ਸੁਪਨੇ ਚੰਗਾ ਲੱਗਦਾ, ਸੁਪਨੇ ਦੇ ਵਿੱਚ ਸੁਪਨੇ ਵਾਲੇ ਘਰ ਕਿੰਨੇ ਸੋਹਣੇ ਲੱਗਦੇ, ਸੁਪਨੇ ਦੇ ਮਹਿਲ, ਸੁਪਨੇ ਦਾ ਪਰਿਵਾਰ, ਸੁਪਨੇ ਦੇ ਬੱਚੇ, ਸੁਪਨੇ ਦਾ ਕਾਰੋਬਾਰ, ਕਿੰਨਾ ਮੋਹ ਹੁੰਦਾ ਉਹਨਾਂ ਨਾਲ। ਜੇ ਉਸ ਬੰਦੇ ਨੂੰ ਸੁੱਤੇ ਨੂੰ ਹੱਥ ਲਾ ਕੇ ਜਗਾਓ ਤੇ ਉਹ ਇੱਕਦਮ ਕਹੇਗਾ ਮੈਨੂੰ ਬਹੁਤ ਸੋਹਣਾ ਸੁਪਨਾ ਆ ਰਿਹਾ ਸੀ, ਟੁੱਟ ਗਿਆ ਸਾਰਾ ਜਾਗਣ ਨਾਲ। ਪਰ ਸੁਪਨਾ ਤਾਂ ਸੁਪਨੇ ਹੁੰਦਾ ਨਾ, ਅਸਲੀਅਤ ਵਿੱਚ ਨਹੀਂ ਹੁੰਦਾ। ਜਦੋਂ ਜਾਗੇਗਾ ਫਿਰ ਅਗਲੀ ਦੁਨੀਆ ਵੇਖੇਗਾ। ਇਸੇ ਤਰ੍ਹਾਂ ਜਿਵੇਂ ਅਸੀਂ ਰਾਤ ਨੂੰ ਸੌਂ ਜਾਂਦੇ ਹਾਂ, ਆਹ ਦੁਨੀਆ ਖਤਮ ਹੋ ਜਾਂਦੀ ਬਿਲਕੁਲ। ਜਿਉਂ ਹੀ ਨੀਂਦ ਆਈ, ਕਿਸੇ ਨੂੰ ਕੋਈ ਪਤਾ ਨਹੀਂ ਰਹਿੰਦਾ ਕਿ ਮੈਂ ਭਿਖਾਰੀ ਹਾਂ ਕਿ ਬਾਦਸ਼ਾਹ, ਮੈਂ ਪ੍ਰਧਾਨ ਮੰਤਰੀ ਹਾਂ ਕਿ ਦੁਕਾਨਦਾਰ ਹਾਂ। ਨੀਂਦ ਦੇ ਵਿੱਚ ਸਾਰੇ ਗਏ। ਨਾ ਇਹ ਪਤਾ ਲੱਗਦਾ ਨੀਂਦ ਵਿੱਚ ਮੇਰਾ ਨਾਂ ਕੀ ਹੈ, ਮੈਂ ਆਦਮੀ ਹਾਂ ਕਿ ਇਸਤਰੀ ਹਾਂ, ਕੋਈ ਸਮਝ ਨਹੀਂ ਰਹਿੰਦੀ। ਨੀਂਦ ਦਾ ਮਤਲਬ ਹੈ 50% ਸਮਾਧੀ, 50% ਸਮਾਧੀ ਹੈ ਨੀਂਦ। ਪਰ ਜਿਹੜੀ ਗੁਰੂ ਸਾਹਿਬ ਨੇ ਉਹ ਸਹਿਜ ਸਮਾਧ ਕਹੀ, ਉਹਦੇ ਵਿੱਚ ਇੰਝ ਹੋ ਜਾਂਦਾ ਵੀ ਉਹਦੇ ਵਿੱਚ ਬੰਦਾ ਅੰਦਰੋਂ ਜਾਗਦਾ ਰਹਿੰਦਾ, ਅਵਸਥਾ ਨੀਂਦ ਵਾਲੀ ਰਹਿੰਦੀ, ਉਹਨੂੰ ਪਤਾ ਰਹਿੰਦਾ ਵੀ ਮੈਂ ਬੈਠਾ ਹੋਇਆ, ਆਨੰਦ ਲੈਂਦਾ ਰਹਿੰਦਾ ਉਹਦੇ ਵਿੱਚ। ਉਹ ਵੱਖਰੀ ਹੈ।
ਇਸੇ ਕਰਕੇ ਫਿਰ ਉਹਨੂੰ ਕੋਈ ਥਕਾਵਟ ਨਹੀਂ ਹੁੰਦੀ, ਕੋਈ ਬਹੁਤੀ ਨੀਂਦ ਨਹੀਂ ਲੈਣੀ ਪੈਂਦੀ, ਕਿਉਂਕਿ ਨੀਂਦ ਵਾਲਾ ਕੰਮ ਉਹ ਬਹਿ ਕੇ ਇਕੱਠਾ ਕਰ ਲੈਂਦਾ ਸਾਰਾ। ਇਸ ਤਰ੍ਹਾਂ ਇਹ ਇੱਕ ਸੁੱਖ ਦਾ ਰਾਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ। ਜੇ ਅਸੀਂ ਕਮਾਈ ਕਰਾਂਗੇ ਤੇ ਉਹਦੇ ਤੱਕ ਜਾ ਸਕਦੇ ਹਾਂ। ਉਹਦੇ ਤੋਂ ਬਿਨਾਂ ਫਿਰ ਸੰਸਾਰ ਵਿੱਚ ਜੋ ਕੁਝ ਹੈ ਉਹਦੀ ਤਵਾਰੀਖ ਸਾਡੇ ਕੋਲ ਹੀ। ਸਾਡੇ ਤੋਂ ਪਹਿਲੇ ਕੀ ਕਰਕੇ ਗਏ ਉਹ ਵੀ ਰੋ ਧੋ ਕੇ ਚਲੇ ਗਏ, ਆਪਾਂ ਵੀ ਉਸ ਰਾਹ ਤੇ ਜਾ ਰਹੇ ਹਾਂ। ਇਸ ਲਈ ਸਤਿਗੁਰੂ ਨੇ ਇੱਕ ਮਾਰਗ ਦਿੱਤਾ, ਸਾਨੂੰ ਰਾਹ ਦਿੱਤਾ ਵੀ ਇਹਦੇ ਵਿੱਚੋਂ ਤੂੰ ਜ਼ਿੰਦਗੀ ਦਾ ਲਾਭ ਪ੍ਰਾਪਤ ਕਰ ਸਕਣਾ ਜੇ ਜਾਗ ਮਨ ਜਾਗਿਆ। ਜਦੋਂ ਨੀਂਦ ਵਿੱਚ ਜਾਂਦਾ ਤੇ ਆ ਸਾਰਾ ਸੰਸਾਰ ਦਿਨ ਵਾਲਾ ਅਲੋਪ ਹੋ ਜਾਂਦਾ, ਖਤਮ ਹੋ ਜਾਂਦਾ। ਉੱਥੇ ਨਵਾਂ ਸੰਸਾਰ ਕਈ ਵਾਰੀ ਰਚ ਲੈਂਦਾ ਸੁਪਨਿਆਂ ਦਾ। ਪਰ ਜਦੋਂ ਜਾਗ ਆਉਂਦੀ ਤੇ ਸੁਪਨਿਆਂ ਦਾ ਸੰਸਾਰ ਖਤਮ ਹੋ ਜਾਂਦਾ, ਆਹ ਦੁਨੀਆ ਸਾਹਮਣੇ ਆ ਜਾਂਦੀ। ਇਸੇ ਤਰ੍ਹਾਂ ਬਿਲਕੁਲ ਜਿੱਥੇ ਹੁਣ ਅਸੀਂ ਜੀ ਰਹੇ ਹਾਂ, ਸਾਡਾ ਮਨ ਇੱਕ ਨੀਂਦ ਵਿੱਚ ਸੁੱਤਾ ਪਿਆ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਆਪਣੀ ਓਲਹਿ। ਤੇ ਜਿਸ ਦਿਨ ਆਪਾਂ ਬਾਣੀ ਪੜ੍ਹਦੇ ਪੜ੍ਹਦੇ ਨਾਮ ਜਪਦੇ ਗੁਰੂ ਕੇ ਹੁਕਮ ਤੇ ਤੁਰਦਿਆਂ ਤੁਰਦਿਆਂ ਇੱਕ ਦਿਨ ਇੱਕ ਝਟਕੇ ਨਾਲ ਮਨ ਜਾਗ ਪਏਗਾ। ਜਦੋਂ ਮਨ ਜਾਗੇਗਾ ਨਾ, ਉਸ ਦਿਨ ਪਤਾ ਲੱਗੇਗਾ ਵੀ ਆ ਜੋ ਕੁਝ ਵੀ ਈਰਖਾ ਨਿੰਦਿਆ ਵਖੀਲੀ ਦਵੈਸ਼ ਕਾਮ ਕ੍ਰੋਧ ਤੇ ਸੁਪਨਾ ਸੀ, ਸਾਰਾ ਸੁਪਨੇ ਵਾਂਗ ਟੁੱਟ ਗਿਆ, ਸਾਰਾ ਖਤਮ ਹੋ ਗਿਆ। ਉਦੋਂ ਹੁੰਦੇ ਨੇ ਖਤਮ, ਉਸ ਤੋਂ ਪਹਿਲਾਂ ਖਤਮ ਨਹੀਂ ਹੁੰਦੇ। ਜਿੰਨਾ ਮਰਜ਼ੀ ਸਮਝਾਓ, ਇਹ ਜਿਹੜਾ ਅਗਿਆਨ ਹੈ ਮਨ ਸੁੱਤੇ ਵਿੱਚ ਸਦਾ ਹੀ ਰਹਿੰਦਾ ਹੈ। ਅਸੀਂ ਧੱਕੇ ਨਾਲ ਸਿੱਖ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਸਮਝਾ ਲੈਂਦੇ ਹਾਂ ਮਨ ਨੂੰ, ਫਿਰ ਉਧਰ ਚਲਾ ਜਾਂਦਾ ਕਿਉਂਕਿ ਸੁੱਤਾ ਪਿਆ ਸੁਪਨੇ ਵਿੱਚ। ਉਦਾਹਰਨ ਦੇ ਤੌਰ ਤੇ ਕਿਹਾ ਗਿਆ ਹੈ ਵੀ ਇੱਕ ਆਦਮੀ ਸੁਪਨੇ ਵਿੱਚ ਉਹਦੇ ਪਿੱਛੇ ਇੱਕ ਜੰਗਲੀ ਜਾਨਵਰ ਲੱਗਾ ਹੋਇਆ, ਸ਼ੇਰ ਭਿਅੰਕਰ, ਉਹ ਦੌੜਦਾ ਜਾ ਰਿਹਾ ਹੈ। ਤੇ ਜਦੋਂ ਕਿਸੇ ਨੂੰ ਬਹੁਤ ਭਿਆਨਕ ਸੁਪਨਾ ਆਉਂਦਾ, ਉਹਦਾ ਸਰੀਰ ਹਿੱਲਦਾ, ਉਹਨੂੰ ਪਸੀਨਾ ਵੀ ਆਉਂਦਾ। ਜਦੋਂ ਆਦਮੀ ਨੂੰ ਸੁਪਨਾ ਆਵੇ ਨਾ ਰਾਤ ਨੂੰ, ਉਹਦੇ ਕੋਲ ਇੱਕ ਆਦਮੀ ਬੈਠਾ ਹੈ ਤੇ ਉਹ ਸਹਾਇਤਾ ਵਾਸਤੇ ਪੁਕਾਰਦਾ ਸੁਪਨੇ ਵਿੱਚ ਵੀ ਮੈਨੂੰ ਸ਼ੇਰ ਤੋਂ ਬਚਾਓ, ਮੈਨੂੰ ਸ਼ੇਰ ਤੋਂ ਬਚਾਓ। ਸੁਪਨੇ ਦੇ ਵਿੱਚ ਸ਼ੇਰ ਪਿੱਛੇ ਲੱਗਾ ਉਹਦੇ। ਹੁਣ ਬਾਹਰਲਾ ਆਦਮੀ ਭਾਵੇਂ ਕਿੰਨਾ ਚਾਹੇ ਵੀ ਇਹਦੀ ਮਦਦ ਕਰਾਂ ਵਿੱਚ ਜਾ ਕੇ, ਜਿੱਥੇ ਸੁਪਨੇ ਵਿੱਚ ਸ਼ੇਰ ਇਹਦੇ ਪਿੱਛੇ ਲੱਗਾ ਉੱਥੇ ਪਹੁੰਚ ਨਹੀਂ ਸਕੇਗਾ, ਕਿਉਂਕਿ ਸ਼ੇਰ ਉੱਥੇ ਹੈ ਹੀ ਨਹੀਂ। ਉਹਨੇ ਆਪ ਹੀ ਘੜਿਆ, ਆਪ ਹੀ ਬਣਾਇਆ। ਉਹਨੂੰ ਉਸ ਸ਼ੇਰ ਤੋਂ ਛਡਾਉਣ ਦਾ ਇੱਕ ਹੀ ਇਲਾਜ ਹੈ। ਉਹ ਕਿਹੜਾ ਹੈ? ਉਸ ਬੰਦੇ ਨੂੰ ਬਾਹੋਂ ਫੜ ਕੇ ਹਿਲਾ ਕੇ ਜਗਾ ਦਿੱਤਾ ਜਾਏ। ਜਿਉਂ ਹੀ ਜਾਗ ਆਈ, ਸ਼ੇਰ ਵੀ ਗਏ ਤੇ ਸੱਪ ਵੀ ਗਏ, ਸਭ ਖਤਮ ਹੋ ਗਿਆ, ਜੰਗਲ ਵੀ ਗਿਆ। ਇਸ ਤਰ੍ਹਾਂ ਜਿੰਨਾ ਚਿਰ ਮਨ ਸੁੱਤਾ ਰਹਿੰਦਾ, ਉਹਨਾਂ ਚਿਰ ਗਿਆਨ ਵੀ ਕੁਝ ਨਹੀਂ ਸਾਰਦਾ, ਭਾਵੇਂ ਉਹਨੂੰ ਕਿੰਨੇ ਗਿਆਨ ਸੁਣਾਈ ਚੱਲੋ, ਮਨ ਸੁੱਤਾ ਪਿਆ। ਗਿਆਨ ਇਸ ਵਾਸਤੇ, ਕਥਾ ਇਸ ਵਾਸਤੇ ਨਹੀਂ, ਕੀਰਤਨ ਇਸ ਵਾਸਤੇ ਨਹੀਂ ਕਿ ਬੰਦਾ ਸਿੱਖ ਜਾਏਗਾ ਕੁਝ, ਨਹੀਂ, ਬਿਲਕੁਲ ਨਹੀਂ। ਅਸੀਂ ਇਸ ਗਲਤੀ ਵਿੱਚ ਫਸ ਚੁੱਕੇ ਹਾਂ। ਅਸੀਂ ਸੁਪਨਿਆਂ ਦੇ ਵਿੱਚ ਚੀਜ਼ਾਂ ਯਾਦ ਕਰੀ ਜਾਂਦੇ ਹਾਂ। ਅਸੀਂ ਸੋਚਦੇ ਹਾਂ ਗਿਆਨ ਆ ਗਿਆ ਜੀ ਸਾਡੇ ਕੋਲ, ਕੁਝ ਨਹੀਂ ਸਾਰਦਾ ਪਿਆ ਗਿਆਨ ਸਾਡਾ। ਫਿਰ ਅਸੀਂ ਕਹਿੰਦੇ ਹਾਂ ਵੀ ਹੁੰਦਾ ਤੇ ਕੁਝ ਵੀ ਨਹੀਂ, ਯਾਦ ਤੇ ਬੜਾ ਕੁਝ ਕੀਤਾ, ਪੜ੍ਹਿਆ ਵੀ ਬੜਾ, ਸੁਣਿਆ ਜੀ, ਅੰਦਰ ਤਲਖੀ ਜੀ ਨਹੀਂ ਜਾਂਦੀ। ਉਹ ਸ਼ੇਰ ਸੱਪ ਤੇ ਜੰਗਲ ਨਹੀਂ ਖਤਮ ਹੋਣਗੇ ਜਿੰਨਾ ਚਿਰ ਸੁਪਨੇ ਵਾਲੇ ਨੂੰ ਬਾਹੋਂ ਫੜ ਕੇ ਖਿੱਚ ਕੇ ਜਗਾਇਆ ਨਾ ਗਿਆ। ਫਿਰ ਇਹ ਕਥਾ ਕੀਰਤਨ ਪਾਠ ਕਿਉਂ ਕਰਨਾ? ਇਹ ਤਾਂ ਕਰਨਾ ਵੀ ਸਾਡਾ ਮਨ ਜਿਹੜੇ ਦੁੱਖਾਂ ਦੇ ਸੁਪਨਿਆਂ ਵਿੱਚ ਪਿਆ ਹੋਇਆ ਉੱਥੋਂ ਜਾਗ ਪਏ। ਜਿੱਦਣ ਜਾਗਿਆ ਫਿਰ ਸਮਝਾਉਣ ਦੀ ਲੋੜ ਨਹੀਂ ਪੈਂਦੀ ਵੀ ਆਹ ਛੱਡ ਦੇ ਤੇ ਆਹ ਨਾ ਕਰ ਤੇ ਆਹ ਨਾ ਕਰ। ਉਸ ਦਿਨ ਆਪਣੇ ਆਪ ਪਤਾ ਲੱਗ ਜਾਂਦਾ ਹੈ ਹੀ ਕੁਝ ਨਹੀਂ ਸੀ, ਇਹ ਭਰਮ ਸੀ। ਇਹ ਸਾਰਾ ਜਾਲ ਘੜਿਆ ਹੋਇਆ ਸੀ ਮਨ ਦਾ, ਉਹ ਟੁੱਟ ਗਿਆ। ਕਦੋਂ ਹੋਇਆ? ਜਦੋਂ ਮਨ ਜਾਗਿਆ। ਮਨ ਜਾਗਣ ਦੀ ਨੇੜੇ ਆ ਰਿਹਾ, ਦੀ ਕੀ ਨਿਸ਼ਾਨੀ ਹੈ? ਸਾਡਾ ਮਨ ਜਾਗ ਰਿਹਾ, ਕੀ ਨਿਸ਼ਾਨੀ? ਕਿਉਂਕਿ ਮਨ ਦਿਸਦਾ ਥੋੜੀ ਵੀ ਜਾਗ ਰਿਹਾ। ਮਨ ਜਾਗਣ ਦੀਆਂ ਨਿਸ਼ਾਨੀਆਂ ਨੇ। ਸਭ ਤੋਂ ਵੱਡੀ ਨਿਸ਼ਾਨੀ ਮਨ ਜਾਗਣ ਦੀ ਕਿ ਅਬ ਇਹ ਪ੍ਰੀਤ ਮਹਾ ਪਰਬਲ ਭਈ, ਮਨ ਤੇ ਕਬੂ ਨਾ ਬਿਸਰਤ ਹਰੀ। ਆਪਣੇ ਆਪ ਮਨ ਖਿੱਚਿਆ ਜਾ ਰਿਹਾ ਗੁਰਬਾਣੀ ਵੱਲ, ਆਪਣੇ ਆਪ ਹੀ ਮਨ ਗੁਰੂ ਵੱਲ ਖਿੱਚਿਆ ਜਾ ਰਿਹਾ, ਆਪਣੇ ਆਪ ਜਾ ਰਿਹਾ। ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲਾਗੀ ਉਰ ਗੁਰਬਾਣੀ। ਗੁਰਬਾਣੀ ਚੱਲਦੀ ਏ, ਬਹੁਤ ਮਿੱਠੀ ਲੱਗਦੀ, ਮਨ ਜਾਗਣ ਦੇ ਨੇੜੇ ਆ ਰਿਹਾ।
ਖਿੱਚ ਪੈਂਦੀ ਹੈ। ਮਨ ਸੌਂਦਾ ਜਾ ਰਿਹਾ, ਇਹਦੀ ਕੀ ਨਿਸ਼ਾਨੀ ਹੈ? ਇਹਦੀ ਨਿਸ਼ਾਨੀ ਹੈ ਵੀ ਸ਼ਬਦ ਸੁਣ ਕੇ ਅੰਦਰ ਨੂੰ ਵੱਜੇਗਾ, ਦੁੱਖ ਲੱਗੇਗਾ। ਗੁਰਬਾਣੀ ਸੁਣ ਕੇ ਐਸੇ ਲੋਕ ਨੇ ਜਿਨ੍ਹਾਂ ਨੂੰ ਗੁਰਬਾਣੀ ਸੁਣ ਕੇ ਟਿਕਾ ਹੁੰਦਾ ਹੈ, ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਗੁਰਬਾਣੀ ਸੁਣ ਕੇ ਅੰਦਰ ਨੂੰ ਦੌੜ ਭੱਜ ਹੁੰਦੀ ਵੀ ਨਿਕਲੋ ਇੱਥੋਂ। ਲੋਕ ਟੀਵੀ ਤੱਕ ਤੋੜ ਦਿੰਦੇ ਨੇ, ਤੁਸੀਂ ਹੈਰਾਨ ਹੋ। ਮੈਂ ਇਸ ਤਰ੍ਹਾਂ ਵੀ ਸੁਣਿਆ ਵੀ ਇੱਕ ਘਰ ਦੇ ਵਿੱਚ ਟੀਵੀ ਵੀ ਤੋੜ ਦਿੱਤਾ ਗਿਆ, ਵਿਚਾਰ ਚੱਲ ਰਹੀ ਸੀ, ਕਿਉਂਕਿ ਮਾਫਕ ਨਹੀਂ ਆਉਂਦੀ ਗੱਲ। ਉਹ ਮਨ ਸੁੱਤਾ ਹੈ ਨਾ, ਜਿੰਨਾ ਚਿਰ ਇਹ ਮਨ ਸੁੱਤੇ ਦੀ ਨਿਸ਼ਾਨੀ ਹੈ ਕਿ ਇਹ ਕੌੜਾ ਲੱਗੇਗਾ ਧਰਮ ਜਿਹੜਾ, ਦੂਸਰੇ ਪਾਸੇ ਮਿੱਠਾ ਲੱਗੇਗਾ। ਤੇ ਜਦੋਂ ਮਨ ਪੂਰਾ ਜਾਗ ਪਿਆ, ਅਜੇ ਇਹ ਵੀ ਛੋਟਾ ਜਿਹੀ ਜਾਗ ਹੈ, ਕੋਈ ਬਹੁਤੀ ਵੱਡੀ ਨਹੀਂ, ਫਿਰ ਮਨ ਜਾਗਣ ਦੀ ਦੇਰ ਸੀ। ਜਿਵੇਂ ਬੰਦਾ ਨੀਂਦ ਵਿੱਚੋਂ ਜਾਗਦਾ ਹੈ ਤੇ ਸੁਪਨੇ ਟੁੱਟ ਜਾਂਦੇ ਨੇ, ਨਵਾਂ ਸੰਸਾਰ ਸਾਹਮਣੇ ਆਉਂਦਾ। ਸਵੇਰੇ ਜਾਗਦਿਆਂ ਸਾਰ ਬਾਹਰੋਂ ਪੰਛੀਆਂ ਦੀ ਆਵਾਜ਼ ਕੰਨਾਂ ਵਿੱਚ ਪੈਂਦੀ, ਬਾਹਰਲਾ ਸੂਰਜ ਦਿਸਦਾ, ਚਹਿਲ ਪਹਿਲ ਨਜ਼ਰ ਆਉਂਦੀ ਹੈ, ਆਦਮੀ ਸੈਰ ਕਰਦਾ ਹੈ। ਇਸੇ ਤਰ੍ਹਾਂ ਜਿੱਦਣ ਮਨ ਦੇ ਸੁਪਨੇ ਟੁੱਟ ਗਏ ਗੁਰੂ ਕੇ ਸ਼ਬਦ ਦੇ ਦੁਆਰਾ, ਗੁਰੂ ਸਾਹਿਬ ਕਹਿੰਦੇ ਵੀ ਇੱਕ ਦੇਸ਼ ਤੇਰੇ ਸਾਹਮਣੇ ਆ ਜਾਏਗਾ, ਆਹ ਦੇਸ਼ ਅਲੋਪ ਹੋ ਜਾਏਗਾ, ਤੂੰ ਵਿਚਕਾਰ ਖੜਾ ਹੈ। ਇੱਕ ਪਾਸੇ ਆਹ ਦੁਨੀਆ ਹੋਵੇਗੀ ਤੇ ਇੱਕ ਪਾਸੇ ਉਹ, ਜਿਹਨੂੰ ਲੋਕ ਤੇ ਪਰਲੋਕ ਕਿਹਾ ਗੁਰੂ ਸਾਹਿਬ ਨੇ। ਤੂੰ ਚਾਹੇ ਤਾਂ ਉਧਰ ਦੀ ਖਿੜਕੀ ਖੋਲ ਕੇ ਵੇਖ ਲੈ। ਇਹ ਗੁਰਮੁਖ ਦੀ ਅਵਸਥਾ ਹੈ, ਆਮ ਬੰਦੇ ਦੀ। ਤੂੰ ਚਾਹੇ ਤਾਂ ਇਧਰੋਂ ਖਿੜਕੀ ਬੰਦ ਕਰ, ਹੁਣੇ ਸੰਸਾਰ ਗਿਆ, ਬਸ ਥੋੜਾ ਜਿਹਾ ਧਿਆਨ ਲਾਇਆ ਗੁਰੂ ਸ਼ਬਦ ਵਿੱਚ, ਇਹ ਦਰਵਾਜ਼ਾ ਬੰਦ, ਉਹ ਦਰਵਾਜ਼ਾ ਖੁੱਲ ਗਿਆ। ਪਰ ਹੁਣ ਕੰਮ ਕਰਨਾ ਬਾਜ਼ਾਰ ਵਿੱਚ, ਉਹ ਥੋੜਾ ਜਿਹਾ ਬੰਦ ਕਰ ਦਿੱਤਾ, ਇਧਰੋਂ ਖੋਲ ਲਿਆ। ਇਹਨੂੰ ਕਹਿੰਦੇ ਗੁਰਮੁਖ ਪ੍ਰਵਿਰਤ ਨਿਰਵਿਰਤ ਪਛਾਣ ਹੈ। ਉਹਨੂੰ ਪਤਾ ਲੱਗ ਗਿਆ ਬਈ 9 ਦੁਆਰਿਆਂ ਵਿੱਚ ਕਿਵੇਂ ਆਉਣਾ ਤੇ 9ਵਾਂ ਦੇ ਵਿੱਚੋਂ ਕੰਮ ਕਰਕੇ ਵਾਪਸ ਕਿਵੇਂ ਜਾਣਾ 10ਵੇਂ ਵੱਲ। 10ਵੇਂ ਦਾ ਮਤਲਬ ਆਦਮੀ ਦਾ ਧਿਆਨ, ਉਹਦੇ ਵਿੱਚ ਕਿਵੇਂ ਥਾਂ ਬਣਾਉਣੀ ਹੈ, ਜਿਹਨੂੰ ਕਹਿ ਕਹੋ ਨਾਨਕ ਨਿਸ਼ਚਲ ਘਰ ਬਾਂਧਿਓ। 10ਵਾਂ ਸਿਰਫ ਦਰਵਾਜ਼ਾ ਹੈ, ਟਿਕਾਣਾ ਨਹੀਂ। ਇਹ ਨਾ ਸਮਝਣਾ ਵੀ 10ਵੇਂ ਦੁਆਰੇ ਦੀ ਗੱਲ ਚੱਲ ਰਹੀ ਹੈ। ਉਹ ਮਾਰਗ ਹੈ, ਮੰਜ਼ਿਲ ਨਹੀਂ ਹੈ। ਬੜੇ ਧਰਮ ਨੇ ਅੱਜ ਕੱਲ੍ਹ ਜਿਹੜੇ ਰਾਹ ਨੂੰ ਮੰਜ਼ਿਲ ਕਹੀ ਜਾਂਦੇ ਨੇ। ਗੁਰੂ ਨਾਨਕ ਦੇ ਘਰ ਵਿੱਚ ਪਹਿਲੇ ਦੂਜੇ 10ਵੇਂ ਦੁਆਰੇ ਦੀ ਬਹੁਤੀ ਅਹਿਮੀਅਤ ਨਹੀਂ। ਗੁਰੂ ਨਾਨਕ ਵਿੱਚ ਇੰਨੀ ਬਖਸ਼ਿਸ਼ ਉਹ ਬਿਨਾਂ ਦੁਆਰਿਆਂ ਤੋਂ ਵੀ ਲੈ ਜਾਂਦਾ ਸਿੱਧਾ ਹੀ, ਸਿੱਖ ਨੂੰ ਲੋੜ ਨਹੀਂ ਪੈਂਦੀ ਇਹਨਾਂ ਦੀ। ਇਸ ਕਰਕੇ ਇਹ ਜੁਗਤ ਜਦੋਂ ਬਖਸ਼ੀ ਗੁਰੂ ਸਾਹਿਬ ਨੇ, ਇਹ ਨਾਮ ਦੁਆਰਾ ਪ੍ਰਾਪਤ ਹੋਈ, ਸਿਮਰਨ ਕਰਕੇ ਬਾਣੀ ਪੜ੍ਹ ਕੇ, ਤਾਂ ਤਮਾਮ ਦੁੱਖ ਜ਼ਿੰਦਗੀ ਦੇ ਜਿਹੜੇ ਸਨ, ਭਰਮ ਭੁਲੇਖੇ ਦੁੱਖ ਇਤਿਆਦਿਕ ਸਾਰੇ ਨਸ਼ਟ ਹੋ ਗਏ, ਖਤਮ ਹੋ ਗਏ। ਹੁਣ ਸੰਸਾਰ ਵਿੱਚ ਵਿਚਰਨ ਦਾ ਵੀ ਆਨੰਦ ਵੱਖਰਾ ਹੈ। ਤੇ ਜਦੋਂ ਉਧਰ ਜੀ ਕਰਦਾ, ਉਧਰ ਵੀ ਭਗਤ ਰਵਿਦਾਸ ਜੀ ਕਹਿੰਦੇ ਨੇ, ਅਬ ਮੋਹੇ ਖੂਬ ਵਤਨ ਗਹਿ ਪਾਈ। ਕਹਿੰਦੇ ਇੱਕ ਮੈਂ ਐਸਾ ਦੇਸ਼ ਲੱਭ ਰਿਹਾ ਬਹੁਤ ਸੋਹਣਾ। ਇੱਥੋਂ ਸ਼ੁਰੂ ਕਰਦੇ ਨੇ, ਉਹਦਾ ਨਾਂ ਕੀ ਹੈ ਜੀ? ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ, ਬੇਗਮ, ਜਿੱਥੇ ਗਮ ਨਹੀਂ, ਜਿੱਥੇ ਝੋਰਾ ਨਹੀਂ, ਜਿੱਥੇ ਚਿੰਤਾ ਨਹੀਂ, ਉਹ ਅਵਸਥਾ, ਉਹ ਦੇਸ਼। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇ ਠਾਉ, ਨਾ ਤਸਵੀਸ ਖਿਰਾਜ, ਨਾ ਮਾਲ ਖੌਫ, ਨਾ ਖਤਾ, ਨਾ ਤਰਸ ਜਵਾਲ। ਅਬ ਮੋਏ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਆਬਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸੈ ਮਾਮੂਰ। ਤਿਉਂ ਤਿਉਂ ਸੈਲ ਕਰੈ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਤੁਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਸ਼ਬਦ ਦੀ ਵਿਆਖਿਆ ਹੋਣ ਦਾ ਟਾਈਮ ਨਹੀਂ। ਇੱਥੇ ਸਤਿਗੁਰੂ ਕਹਿ ਰਹੇ ਨੇ, ਜਦੋਂ ਤੂੰ 3 ਚੀਜ਼ਾਂ ਸੌਂਪ ਦੇਗਾ ਨਾ, ਤੈਨੂੰ ਅਗਲਾ ਦੇਸ਼ ਲੱਭ ਪਏਗਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਉਹ ਅਕਾਲ ਪੁਰਖ ਬਹੁਤ ਸਿਆਣਾ। ਫਿਰ ਕਹਿੰਦੇ ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ। ਦੋਵੇਂ ਚੀਜ਼ਾਂ ਉਹਨੇ ਮੇਰੀਆਂ ਸੁਣੀਆਂ, ਜੋ ਦੁੱਖ ਸੀ ਜੋ ਸੁੱਖ ਸੀ ਮੈਂ ਸਾਂਝਾ ਕੀਤਾ ਉਹਦੇ ਨਾਲ। ਆਪਣੀ ਜ਼ਿੰਦਗੀ ਦੀ ਇੱਕ ਇੱਕ ਗੱਲ ਉਹਦੇ ਨਾਲ ਸਾਂਝੀ ਕੀਤੀ। ਇਹ ਪਿਆਰ ਹੈ ਗੁਰੂ ਨਾਲ ਗੱਲ ਕਰਨੀ। ਆਪਣਾ ਦੁੱਖ ਵੀ ਦੱਸਣਾ, ਇਕੱਲਾ ਦੁੱਖ ਨਹੀਂ ਦੱਸਣਾ, ਸੁੱਖ ਵੀ ਦੱਸਣਾ, ਦੋਵੇਂ ਚੀਜ਼ਾਂ ਇਕੱਠੀਆਂ। ਪਰ ਤੁਸੀਂ ਆਮ ਤੌਰ 'ਤੇ ਧਾਰਮਿਕ ਮੰਦਰਾਂ ਵਿੱਚ, ਗੁਰਦੁਆਰਿਆਂ ਵਿੱਚ ਦੁੱਖਾਂ ਵਾਲਿਆਂ ਦੀ ਅਰਦਾਸ ਸੁਣੋਗੇ, ਸੁੱਖਾਂ ਵਾਲਿਆਂ ਦੀ ਬੜੀ ਘੱਟ ਹੁੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਵੀ ਦੁੱਖ ਵੀ ਦੱਸ,
ਪਰ ਸੁੱਖ ਬਾਰੇ ਵੀ ਦੱਸਿਆ ਕਰਨਾ ਵੀ ਸੁੱਖ ਹੈ। ਜਦੋਂ ਦੁੱਖ ਆਉਂਦਾ ਉਹਦੇ ਮੇਰੇ ਕੋਲ ਆ ਜਾਂਦਾ ਤੂੰ, ਤੇ ਜਦੋਂ ਸੁੱਖ ਆਉਂਦਾ ਜਿਹਦੇ ਨਾਲ ਪੂਰੀ ਮਿੱਤਰਤਾ ਹੋਵੇ, ਜੇ ਘਰ ਵਿੱਚ ਕੋਈ ਖੁਸ਼ੀ ਦਾ ਟਾਈਮ ਆ ਜਾਏ ਤੇ ਜੇ ਉਹਨੂੰ ਬੁਲਾਈਏ ਨਾ, ਜਿਹੜਾ ਨਜ਼ਦੀਕੀ ਮਿੱਤਰ ਹੈ, ਉਹ ਨਾਰਾਜ਼ ਹੋ ਜਾਏਗਾ। ਉਹ ਕਹੇਗਾ ਵੀ ਜਦੋਂ ਲੋੜ ਹੁੰਦੀ ਉਦੋਂ ਤਾਂ ਮੈਨੂੰ ਬੁਲਾਉਂਦਾ ਸਭ ਤੋਂ ਪਹਿਲਾਂ, ਅੱਜ ਹੁਣ ਤੇਰੇ ਘਰ ਵਿੱਚ ਖੁਸ਼ੀ ਦਾ ਸਮਾਗਮ ਸੀ, ਮੈਨੂੰ ਬੁਲਾਇਆ ਹੀ ਨਹੀਂ, ਨਾਰਾਜ਼ ਹੋ ਜਾਏਗਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੀ ਜਦੋਂ ਤਾਂ ਲੋੜ ਸੀ ਉਦੋਂ ਤਾਂ ਮੇਰਾ ਪਾਠ ਕਰਾਉਣਾ ਤੂੰ, ਹੁਣ ਵਿਆਹ ਹੈ, ਸ਼ਾਦੀ ਹੈ ਘਰ ਵਿੱਚ ਸਿੱਖ ਦੀ, ਹੁਣ ਕਹਿੰਦੇ ਜੀ ਜਾਂ ਤੇ 10 ਦਿਨ ਪਹਿਲਾਂ ਪਾਠ ਕਰਾ ਲਓ ਤੇ ਜਾਂ ਮਹੀਨਾ ਬਾਅਦ ਵਿੱਚ ਕਰਾ ਲਓ। ਵਿਆਹ ਵਿੱਚ ਗੁਰੂ ਗ੍ਰੰਥ ਸਾਹਿਬ ਨਹੀਂ ਹੋਣਾ ਚਾਹੀਦਾ। ਕਿਉਂ? ਗੁਰੂ ਗ੍ਰੰਥ ਸਾਹਿਬ ਨੇ ਕਹਿਣਾ ਵੀ ਸ਼ਰਾਬ ਨਹੀਂ ਵੰਡਣੀ ਸਿੱਖ, ਦਾਜ ਨਹੀਂ ਲੈਣਾ, ਇਹ ਕੰਮ ਕਰਨੇ ਨੇ। ਤੁਸੀਂ ਇਸ ਤਰ੍ਹਾਂ ਦਾ ਮਿੱਤਰ ਕਦੀ ਵੇਖਿਆ ਜਿਹਦੀ ਅਸੀਂ ਇੰਨੀ ਤੋਹੀਨ ਕਰਦੇ ਹੋਈਏ ਵੀ ਸਾਡੇ ਘਰ ਵਿੱਚ ਸ਼ਾਦੀ ਹੈ ਤੇ ਤੂੰ ਜਾਂ ਤੇ 10 ਦਿਨ ਪਹਿਲਾਂ ਹੋ ਕੇ ਤੁਰ ਜਾ ਤੇ ਜਾਂ ਬਾਅਦ ਵਿੱਚ ਆ ਜੇ, ਵਿਆਹ ਵਾਲੇ ਦਿਨ ਨਾ ਹੀ ਸਾਡੇ ਘਰ। ਇਸ ਤਰ੍ਹਾਂ ਦਾ ਕੋਈ ਮਿੱਤਰ ਹੈ ਦੁਨੀਆ ਵਿੱਚ? ਪਰ ਗੁਰੂ ਨਾਲ ਅਸੀਂ ਇਸ ਤਰ੍ਹਾਂ ਕੀਤਾ ਹੈ, ਗੁਰੂ ਨਾਲ ਅਸੀਂ ਇਸ ਤਰ੍ਹਾਂ ਕੀਤਾ ਹੈ। ਹੁਣ ਤਾਂ ਇੱਥੋਂ ਤੱਕ ਚਲਾ ਗਿਆ, ਆਨੰਦ ਕਾਰਜ ਕਰਨ ਵਾਸਤੇ ਬੰਦੇ ਨਹੀਂ ਲੱਭਦੇ ਜਾਣ ਵਾਸਤੇ, 100 ਬੰਦਾ ਬਰਾਤ ਆਇਆ ਹੋਇਆ, ਗੁਰੂ ਕੋਲ ਜਾਣ ਵਾਸਤੇ ਅਸੀਂ ਤਿਆਰ ਨਹੀਂ। ਔਰ ਇਹ ਵੀ ਖਿਆਲ ਰੱਖਣਾ, ਇਹ ਤਬਾਹੀ ਦੀਆਂ ਬਹੁਤ ਵੱਡੀਆਂ ਨਿਸ਼ਾਨੀਆਂ ਨੇ, ਇਹਦਾ ਬਹੁਤ ਵੱਡਾ ਹਰਜਾਨਾ ਪਹਿਲਾਂ ਭਰਿਆ ਗਿਆ ਤੇ ਹੋਰ ਭਰਨਾ ਪੈ ਸਕਦਾ। ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਅਸੀਂ ਕਹਿੰਦੇ ਆ ਵੀ ਅਸੀਂ ਵਿਆਹ ਸ਼ਾਦੀ ਖੁਸ਼ੀ, ਉਦੋਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਨੇੜੇ ਨਹੀਂ ਆਉਣ ਦੇਣਾ, ਉਦੋਂ ਤੇ ਕਰਨੀ ਮਨਮਤ ਰੱਜ ਕੇ, ਸ਼ਰਾਬਾਂ ਮੁਰਗੇ ਬਦਫੈਲੀਆਂ, ਨੱਚਣਾ ਗਾਉਣਾ, ਸਟੇਜਾਂ ਲਾਉਣੀਆਂ, ਢੋਲ ਵਜਾਣੇ, ਇਕੱਠੇ ਨੱਚਣਾ ਰਲ ਕੇ। 70 ਸਾਲ ਤੋਂ ਲੈ ਕੇ 20 ਸਾਲ ਦੇ ਤੱਕ ਸਾਰੇ ਇਕੱਠੇ ਹੋ ਗਏ। ਇਹ ਸਿੱਖੀ ਸਾਡੀ ਬਣੀ। ਸਿੱਖੀ ਇਕੱਲੀ ਗੁਰਦੁਆਰਿਆਂ ਵਿੱਚ ਨਹੀਂ ਹੁੰਦੀ, ਨਾ ਸਟੇਜਾਂ ਤੇ, ਨਾ ਅਖਬਾਰਾਂ ਦੇ ਇਸ਼ਤਿਹਾਰਾਂ ਤੇ ਹੁੰਦੀ। ਸਿੱਖੀ ਬੰਦੇ ਦੇ ਜੀਵਨ ਵਿੱਚ ਹੁੰਦੀ ਹੈ, ਜਿੱਥੇ ਜਿਉਂਦਾ ਉਹ ਉੱਥੇ ਆਏਗੀ ਤੇ ਸਿੱਖੀ ਆਏਗੀ, ਨਹੀਂ ਤੇ ਸਿੱਖੀ ਕਿਤੇ ਨਹੀਂ। ਇਹ ਤਾਂ ਸਿਰਫ ਚੀਜ਼ਾਂ ਸਨ ਨਾ, ਸਿਖਾਉਣ ਵਾਸਤੇ ਸਨ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਆਪਣਾ ਦੁੱਖ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਦੱਸਿਆ ਤੇ ਮੈਂ ਸੁੱਖ ਵੀ ਦੱਸਿਆ, ਉਹਨੂੰ ਸੁੱਖ ਵੇਲੇ ਵੀ ਨਾਲ ਰੱਖਿਆ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਬਿਦ। ਬਿਦ ਦਾ ਅਰਥ ਹੈ ਜੁਗਤ, ਤਰੀਕਾ, ਢੰਗ। ਨੀਕੀ, ਨੀਕੀ ਦਾ ਅਰਥ ਹੈ ਬੜੀ ਸੁੰਦਰ। ਖਟਾਨੀ, ਖਟਾਨੀ ਦਾ ਅਰਥ ਹੈ ਰਾਸ ਆ ਜਾਣੀ। ਇਹ ਸ਼ਬਦ ਖਟਾਨੀ ਜਿਹੜਾ ਨਾ, ਇਹਦਾ ਅਰਥ ਹੈ ਜਿਵੇਂ ਕਿਸੇ ਚੀਜ਼ ਨਾਲ ਸਾਡੀ ਬਣ ਆ ਜਾਏ। ਤਉ ਬਿਦ ਨੀਕੀ ਖਟਾਨੀ। ਜਦੋਂ ਮੈਂ ਆਪਣੇ ਗੁਰੂ ਨੂੰ ਆਪਣਾ ਦੁੱਖ ਸੁੱਖ ਦੱਸਿਆ, ਤਿੰਨ ਚੀਜ਼ਾਂ ਸੌਂਪ ਦਿੱਤੀਆਂ ਤੇ ਮੈਨੂੰ ਜ਼ਿੰਦਗੀ ਦੀ ਇੱਕ ਬੜੀ ਸੋਹਣੀ ਜੁਗਤ ਸਿੱਖਣ ਵਿੱਚ ਆ ਗਈ, ਬੜਾ ਸੋਹਣਾ ਢੰਗ ਮਿਲ ਗਿਆ ਜ਼ਿੰਦਗੀ ਜਿਉਣ। ਹਜ਼ੂਰ ਕਹਿੰਦੇ ਜੀ ਕੀ ਏਕੈ ਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਕਹਿਣ ਲੱਗੇ ਹੋਰ ਬੜੇ ਧਾਰਮਿਕ ਯਤਨ ਕੀਤੇ ਨੇ ਵੀ ਗੁਰੂ ਨੂੰ ਖੁਸ਼ ਕਰ ਲਈਏ। ਗੁਰੂ ਇਹਨਾਂ ਚੀਜ਼ਾਂ ਕਿਸੇ ਨਾਲ ਖੁਸ਼ ਨਹੀਂ ਹੁੰਦਾ, ਤਿੰਨ ਚੀਜ਼ਾਂ ਦੇਣੀਆਂ ਪੈਣਗੀਆਂ, ਇੱਕੋ ਹੀ ਸ਼ਰਤ। ਕਹਿੰਦੇ ਅਵਰ ਯਤਨ ਕਰ ਰਹੇ। ਕਰ ਰਹੇ ਦਾ ਮਤਲਬ ਹੈ ਕਰ ਕਰਕੇ ਛੱਡ ਦਿੱਤੇ, ਕੁਝ ਵੀ ਨਹੀਂ ਹੋਇਆ, ਕਰੀ ਗਏ। ਸਾਲ ਕਰੀਏ 20 ਸਾਲ, ਅਸੀਂ ਕਹਿੰਦੇ ਆ ਨਾ ਜੀ ਕੀ ਕਰੀਏ, ਕੁਝ ਗੱਲ ਬਣੇ ਤਾਂ ਸਹੀ। ਗੁਰੂ ਸਾਹਿਬ ਕਹਿੰਦੇ ਬਣੇਗੀ ਗੱਲ, ਬਿਲਕੁਲ ਹੋਏਗਾ, ਪਰ ਆ ਤਿੰਨ ਚੀਜ਼ਾਂ ਮੈਨੂੰ ਦੇ, ਸੌਂਪ ਦੇ ਤਿੰਨ ਚੀਜ਼ਾਂ। ਅਸੀਂ ਕਹਿੰਦੇ ਆ ਜੀ ਸਭ ਕੁਝ ਤੇਰਾ, ਪਰ ਹੱਥ ਨਾ ਲਾਇਆ ਜੇ ਕਿਸੇ ਚੀਜ਼ ਨੂੰ, ਬਾਕੀ ਸਭ ਕੁਝ ਤੇਰਾ ਹੈ। ਇੱਥੇ ਜ਼ਬਾਨੀ ਕਲਾਮੀ ਕੁਝ ਨਹੀਂ ਸਰਦਾ, ਇਹ ਤਾਂ ਅੰਦਰਲੀ ਇੱਕ ਕੁਰਬਾਨੀ ਹੈ। ਇਸ ਕਰਕੇ ਕਹਿੰਦੇ ਇੱਕੋ ਕੋਲੀ ਅਰਦਾਸ ਕੀਤੀ ਹੀ ਮੰਨੀ ਗਈ, ਉਹਦੇ ਦਰ ਤੇ ਹੋਰ ਕੁਝ ਵੀ ਪ੍ਰਵਾਨ ਨਹੀਂ ਹੋਇਆ। ਹੋਰ ਯਤਨ ਕੀਤੇ ਪਰ ਕਿਤੇ ਸਿਰੇ ਨਹੀਂ ਚੜੇ। ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਉਹਦੇ ਘਰ ਵਿੱਚ ਹੋਰ ਕਰਮਾਂ ਦੀ ਕੋਈ ਕੀਮਤ ਨਹੀਂ ਜਿੰਨਾ ਚਿਰ ਸਿੱਖ ਆਪਣਾ ਆਪ ਨਹੀਂ ਸੌਂਪਦਾ ਗੁਰੂ ਨੂੰ।
ਹਜੂਰ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਪੁੱਛਿਆ ਜੀ ਮਹਾਰਾਜ ਤਿੰਨ ਚੀਜ਼ਾਂ ਤੁਸੀਂ ਮੰਗ ਤੇ ਲਈਆਂ, ਹੁਣ ਦਿਓਗੇ ਕੀ ਵਾਪਸ? ਤਿੰਨ ਲੈ ਲਈਆਂ ਤੁਸੀਂ। ਹਜੂਰ ਕਹਿੰਦੇ ਮੈਂ ਤਿੰਨੇ ਲੈ ਲਈਆਂ, ਤਿੰਨੇ ਰੱਖਣੀਆਂ ਨਹੀਂ, ਤੈਨੂੰ ਵਾਪਸ ਕਰ ਦੇਣੀਆਂ ਨੇ। ਇਹਦੇ ਵਿੱਚੋਂ ਕੁਝ ਕੱਢਣਾ ਹੈ ਤੇ ਵਿੱਚ ਕੁਝ ਪਾ ਦੇਣਾ। ਮੈਨੂੰ ਲੋੜ ਨਹੀਂ ਨਾ ਤੇਰੇ ਤਨ ਦੀ, ਨਾ ਮਨ ਦੀ, ਤੇ ਨਾ ਧਨ ਦੀ। ਫਿਰ ਤੁਸੀਂ ਕੀ ਕਰਨਾ ਜੀ? ਤਿੰਨ ਜਮ੍ਹਾਂ ਕਰਾ ਦਿੱਤੀਆਂ ਚੀਜ਼ਾਂ, ਤੇ ਪੂਰੇ ਗੁਰੂ ਨੇ ਕੀ ਕੀਤਾ? ਇਹਨਾਂ ਤਿੰਨਾਂ ਚੀਜ਼ਾਂ ਵਿੱਚ ਸਿੱਖ ਦੇ ਤਨ ਵਿੱਚ ਵੀ ਨਾਮ ਰੱਖ ਦਿੱਤਾ, ਮਨ ਵਿੱਚ ਵੀ, ਤੇ ਕਾਰੋਬਾਰ ਦੇ ਵਿੱਚ ਵੀ ਧਰਮ ਦੀ ਕਿਰਤ ਬਖਸ਼ ਦਿੱਤੀ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਉਹ ਅਮੁੱਲ ਹੀਰਾ ਗੁਰੂ ਨੇ ਸਿੱਖ ਦੇ ਮਨ ਵਿੱਚ ਭਰ ਕੇ ਟਿਕਾ ਕੇ ਦੇ ਦਿੱਤਾ। ਗੁਰ ਦੀਨੋ ਮੰਤਾਨੀ, ਗੁਰੂ ਦਾ ਮੰਤਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਿਲਦਾ ਸਿੱਖ ਨੂੰ, ਪੰਜ ਪਿਆਰਿਆਂ ਵੱਲੋਂ ਉਹ ਗੁਰੂ ਮੰਤਰ ਦਿੱਤਾ ਗਿਆ, ਉਹ ਮੂਲ ਮੰਤਰ, ਉਹ ਨਿਤਨੇਮ, ਉਹ ਜੀਵਨ ਦਾ ਚੱਜ ਆਚਾਰ ਤੇ ਢੰਗ ਬਖਸ਼ਿਆ ਗਿਆ। ਜਦੋਂ ਇਹ ਪ੍ਰਾਪਤੀ ਹੋ ਗਈ ਤਾਂ ਗੁਰੂ ਦੇ ਹੁਕਮ ਦੇ ਤੁਰ ਕੇ ਇਸ ਨੂੰ ਕਮਾਇਆ ਗਿਆ। ਫਿਰ ਹਜੂਰ ਕਹਿੰਦੇ ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ। ਹੁਣ ਮਨ ਨਹੀਂ ਡਿੱਗਦਾ। ਡਿੱਗਣ ਦਾ ਮਤਲਬ ਜਿਹੜਾ ਕਦੀ ਸਾਨੂੰ ਕੋਈ ਭਰਮਾ ਕੇ ਪਿੱਛੇ ਲਾ ਲੈਂਦਾ, ਕਦੀ ਇਹ ਨਹੀਂ ਹੋਵੇਗਾ। ਫਿਰ ਜੇ ਅੰਦਰ ਨਾਮ ਦ੍ਰਿੜ ਹੋ ਗਿਆ, ਪੱਕਾ ਹੋ ਗਿਆ, ਗੁਰੂ ਦਾ ਹੁਕਮ ਅੰਦਰ ਚਲਾ ਗਿਆ ਨਾ, ਫਿਰ ਅਸੀਂ ਛੋਟੇ ਜਿਹੇ ਕੱਖ ਜਿਵੇਂ ਹਨੇਰੀ ਆਉਂਦੀ ਜਿੱਧਰ ਦੀ ਉੱਧਰ ਨੂੰ ਉੱਡ ਜਾਂਦੇ, ਇਸ ਤਰ੍ਹਾਂ ਨਹੀਂ ਹੋਵੇਗਾ। ਇਹ ਤਾਂ ਹੈ ਵੀ ਸਾਡੇ ਅੰਦਰ ਨਾਮ ਦੀ ਦਾਤ ਨਹੀਂ ਵਸੀ। ਜਦੋਂ ਨਾਮ ਅੰਦਰ ਵਸ ਗਿਆ ਤੇ ਫਿਰ ਸਾਧ ਸੰਗਤ ਜੀ ਸੂਰਜ ਹਿੱਲ ਸਕਦਾ, ਸਿੱਖ ਨਹੀਂ ਹਿੱਲੇਗਾ। ਕਿਰਪਾ ਗੁਰੂ ਨਾਨਕ ਦੀ, ਉਹਦਾ ਆਪਣਾ ਨਹੀਂ ਕੁਝ। ਜਦੋਂ ਅੰਦਰ ਗੁਰੂ ਨੇ ਹੱਥ ਰੱਖ ਦਿੱਤਾ, ਗੁਰੂ ਕਿਰਪਾ ਕਰਕੇ ਇਸ ਤਰ੍ਹਾਂ ਦੀ ਬਰਕਤ ਸਿੱਖ ਨੂੰ ਬਖਸ਼ਿਸ਼ ਕਰ ਦਿੰਦਾ। ਕਹਿੰਦੇ ਨੇ ਕਿ ਡਿਗੈ ਨਾ ਡੋਲੈ, ਉਹ ਫਿਰ ਡੋਲਦਾ ਨਹੀਂ ਜਿੱਥੇ ਸਤਿਗੁਰੂ ਕਿਰਪਾ ਕਰਦੇ ਨੇ। ਦ੍ਰਿੜ ਕਰ ਰਹੇ ਉਹ ਪੂਰਨ ਹੋਏ ਤ੍ਰਿਪਤਾਨੀ, ਤੇ ਉਹਦਾ ਜੀਵਨ ਤ੍ਰਿਪਤ ਹੋ ਜਾਂਦਾ, ਯਾਨੀ ਕਿ ਰੱਜ ਜਾਂਦਾ। ਹੁਣ ਓਏ ਜੋ ਬੀਚ ਹਮ ਤੁਮ ਕਛ ਹੋਤੇ, ਪਹਿਲਾਂ ਮਨ ਦੇ ਵਿੱਚ ਜਿਹੜੇ ਹਮ ਤੁਮ ਸਨ ਨਾ, ਯਾਨੀ ਕਿ ਕਦੀ ਗਿਆਨ ਸੀ, ਕਦੀ ਅਗਿਆਨ, ਕਦੀ ਸ਼ਰਧਾ ਸੀ, ਕਦੀ ਬੇਵਿਸ਼ਵਾਸੀ ਸੀ, ਕਦੀ ਭਰੋਸਾ ਬਣਦਾ ਸੀ, ਕਦੀ ਟੁੱਟ ਜਾਂਦਾ ਸੀ, ਉਹ ਕਹਿੰਦੇ ਚਲੇ ਗਏ, ਸਾਰੇ ਖਤਮ ਹੋ ਗਏ, ਡੋਲਦਾ ਨਹੀਂ ਹੁਣ ਜੀਵਨ। ਓਏ ਜੋ ਬੀਚ ਜਿਹੜੇ ਅੰਦਰ ਹੁੰਦੇ ਸਨ ਮਨ ਵਿੱਚ, ਹਮ ਤੁਮ, ਦੁਬਿਧਾ ਹੁੰਦੀ ਸੀ ਜਿਹੜੀ ਮਨ ਵਿੱਚ, ਤਿੰਨ ਕੀ ਬਾਤ ਬਿਲਾਨੀ, ਉਹਨਾਂ ਦੀ ਗੱਲ ਉਹਨੂੰ ਲੰਘ ਗਈ, ਉਹਨਾਂ ਦਾ ਹੱਥ ਨਹੀਂ ਪੈਂਦਾ। ਮਨ ਗੁਰੂ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਵਿੱਚ ਹੋ ਗਿਆ। ਕਹਿੰਦੇ ਜਿਵੇਂ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ ਵਖਾਣੀ। ਕੋਈ ਆਦਮੀ ਇੱਕ ਥੈਲੀ ਦੇ ਵਿੱਚ, ਬੈਗ ਦੇ ਵਿੱਚ ਸੋਨੇ ਦੇ ਕਈ ਚੀਜ਼ਾਂ ਇਕੱਠੀਆਂ ਕਰਕੇ, ਕੰਗਣ, ਜੰਜੀਰੀਆਂ, ਕੜੇ ਇਕੱਠੇ ਕਰਕੇ ਪਾ ਕੇ ਲੈ ਕੇ ਜਾ ਰਿਹਾ ਸੀ। ਕਿਸੇ ਪੁੱਛਿਆ ਜੀ ਇਹ ਕੀ ਹੈ, ਤੇ ਉਹਨੇ ਫਿਰ ਇਹ ਨਹੀਂ ਕਿਹਾ ਵੀ ਇਹਦੇ ਵਿੱਚ ਕੜਾ, ਇਹਦੇ ਵਿੱਚ ਮੁੰਦੀ ਹੈ, ਇਹਦੇ ਵਿੱਚ ਕੀ ਹੈ, ਉਹ ਕਹੇਗਾ ਇਹਦੇ ਵਿੱਚ ਸੋਨਾ ਹੈ। ਕਹਿੰਦੇ ਜਿਹੜਾ ਖਿਲਰਿਆ ਹੋਇਆ ਜੀਵਨ ਸੀ ਨਾ, ਇਕੱਠਾ ਹੋ ਗਿਆ, ਸੋਨਾ ਹੋ ਗਿਆ, ਅਕਾਲ ਪੁਰਖ ਦਾ ਸਰੂਪ ਬਣ ਗਿਆ ਜੀਵਨ, ਜਿਹੜਾ ਕਈ ਰੂਪਾਂ ਵਿੱਚ ਖਿਲਰਿਆ ਹੋਇਆ ਸੀ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ, ਕਨਿਕ ਦਾ ਅਰਥ ਹੈ ਸੋਨਾ, ਵਖਾਨੀ, ਉਹਨੂੰ ਫਿਰ ਕਿਹਾ ਜਾਂਦਾ ਵੀ ਸੋਨਾ ਹੈ, ਇਕੱਲੀ ਇਕੱਲੀ ਚੀਜ਼ ਨਹੀਂ ਰਹਿੰਦੀ। ਹਜੂਰ ਕਹਿੰਦੇ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਅੰਦਰ ਇੱਕ ਜੋਤ ਪ੍ਰਗਟ ਹੋ ਗਈ, ਇੱਕ ਪ੍ਰਕਾਸ਼ ਵੀ ਨਹੀਂ ਪਰ ਪ੍ਰਕਾਸ਼ ਹੈ। ਉਹ ਵਾਰ-ਵਾਰ ਇਹ ਸ਼ਬਦ ਉਦਾਹਰਨਾਂ ਦੇਣੀਆਂ ਪੈਣਗੀਆਂ। ਜਿਹਨੂੰ ਆਪਾਂ ਕਹਿ ਸਕਦੇ ਹਾਂ ਲਾਈਟ ਲੈਸ ਲਾਈਟ, ਉਹਨੂੰ ਆਹ ਲਾਈਟ ਵੀ ਨਹੀਂ ਕਹਿ ਸਕਦੇ, ਪਰ ਇੱਕ ਪ੍ਰਕਾਸ਼ ਵੀ ਹੈ। ਇਹ ਦੋ ਚੀਜ਼ਾਂ ਸ਼ਬਦ ਦਾ ਸਰੂਪ ਨੇ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸ਼ਬਦ ਗੁਰੂ ਸੁਰਤ ਤੁਮ ਚੇਲਾ। ਸ਼ਬਦੇ ਧਰਤੀ ਸ਼ਬਦ ਆਕਾਸ਼, ਸ਼ਬਦੇ ਸ਼ਬਦ ਭਇਆ ਪ੍ਰਕਾਸ਼। ਇਹ ਦੋ ਚੀਜ਼ਾਂ ਦਾ ਉਹ ਬਣਿਆ ਹੋਇਆ। ਇੱਕ ਤਾਂ ਲਾਈਟ ਲੈਸ ਲਾਈਟ ਯਾਨੀ ਕਿ ਪ੍ਰਕਾਸ਼ ਵਰਗਾ, ਤੇ ਇੱਕ ਅਨਹਤ ਬਾਣੀ। ਅਨਹਤ, ਹੱਥ ਦਾ ਮਤਲਬ ਹੱਤਿਆ ਕਰਨੀ, ਮਾਰਨਾ। ਉਹ ਆਵਾਜ਼ ਜਿਹੜੀ ਦੋ ਚੀਜ਼ਾਂ ਨੂੰ ਖੜਕਾ ਕੇ ਆਉਂਦੀ, ਜਿਵੇਂ ਤਬਲਾ ਆਦਿਕ,
ਉਹ ਸ਼ਬਦ ਜਿਹੜਾ ਬਿਨਾਂ ਕਿਸੇ ਦੇ ਵਜਾਉਣ ਤੋਂ ਵੱਜੀ ਜਾ ਰਿਹਾ ਹੈ, ਉਹ ਆਵਾਜ਼। ਇਹ ਦੋ ਸਰੂਪ ਨੇ ਸ਼ਬਦ ਦੇ, ਸਾਊਂਡ ਲੈਸ ਸਾਊਂਡ, ਜਿਹਦੇ ਵਿੱਚ ਆਵਾਜ਼ ਤੋਂ ਬਿਨਾਂ ਆਵਾਜ਼ ਰਹਿੰਦੀ, ਮਹਿਸੂਸ ਕੀਤੀ ਜਾਂਦੀ, ਕੰਨਾਂ ਨਾਲ ਨਹੀਂ ਸੁਣੀ ਜਾਂਦੀ। ਇਹ ਭਰਮ ਭੁਲੇਖੇ ਪਾਏ ਜਾਂਦੇ ਨੇ ਸਾਡੇ ਵਿੱਚ। 10ਵੇਂ ਕੁ ਦਿਨ ਕਹਿੰਦੇ ਅਨਹਦ ਸੁਣਨਾ ਸ਼ੁਰੂ ਹੋ ਗਿਆ ਜੀ। ਕਿੱਥੋਂ ਇੰਨੀ ਸੌਖੀ ਚੀਜ਼। ਇਸ ਲਈ ਇਹਨਾਂ ਚੀਜ਼ਾਂ ਵਿੱਚ ਭਰੋਸਾ ਨਾ ਕਰਨਾ। ਉਹ ਕੰਨਾਂ ਦੀ ਆਵਾਜ਼ ਨਹੀਂ ਹੁੰਦੀ, ਉਹ ਕੰਨਾਂ ਤੋਂ ਉੱਚੀ ਆਵਾਜ਼ ਮਹਿਸੂਸ ਕੀਤੀ ਜਾਂਦੀ। ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਅਨਹਤ ਬਾਣੀ, ਸਾਊਂਡਲੈਸ ਸਾਊਂਡ, ਤੇ ਔਰ ਨਾਲ ਲਾਈਟ, ਇਸ ਤਰ੍ਹਾਂ ਦੀ ਜਿਹੜੀ ਲਾਈਟ ਵਰਗੀ ਨਹੀਂ, ਯਾਨੀ ਕਿ ਸਦਾ ਚੜ੍ਹਦੀ ਕਲਾ, ਵਿਸ਼ਵਾਸ, ਭਰੋਸਾ, ਇਸ ਤਰ੍ਹਾਂ ਦੇ ਉਹਦੇ ਗੁਣ ਨੇ। ਪ੍ਰਗਟਿਓ ਜੋਤ, ਉਹ ਜੋਤ ਪ੍ਰਗਟ ਹੋਈ। ਸਹਿਜ ਸੁਖ ਸੋਭਾ, ਜਿਹਦੇ ਵਿੱਚ ਸਹਿਜ ਅਡੋਲਤਾ ਮਿਲੀ ਮਨ ਨੂੰ, ਸੁਖ ਦੀ ਪ੍ਰਾਪਤੀ ਹੋਈ। ਤੇ ਸ਼ੋਭਾ ਦੇ ਅਰਥ ਨੇ ਉਸਤਤ ਕਰਨ ਨੂੰ ਮਨ ਕੀਤਾ, ਦਿਨ ਰਾਤ ਬਿਨਾਂ ਕਾਰਜ ਤੋਂ ਉਸਤਤ ਕਰੀ ਜਾਂਦਾ ਅਕਾਲ ਪੁਰਖ। ਬਾਜੇ ਅਨਹਤ ਬਾਣੀ, ਤੇ ਇਸ ਤਰ੍ਹਾਂ ਦੀ ਅਨਹਤ ਯਾਨੀ ਕਿ ਬਿਨਾਂ ਵਜਾਉਣ ਵਾਲੀ ਬਾਣੀ, ਸੰਗੀਤ, ਸਦਾ ਸਿਫਤ ਸਲਾਹ ਉਹਦੇ ਮਨ ਵਿੱਚ ਵੱਜ ਰਹੀ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕਹੋ ਨਾਨਕ ਨਿਹਚਲ ਘਰ ਬਾਂਧਿਓ। ਇੱਕ ਐਸਾ ਘਰ ਬਣਾ ਲਿਆ ਜਿਹੜਾ ਨਿਹਚਲ ਸੀ, ਭਾਵ ਜਿਸ ਘਰ ਵਿੱਚੋਂ ਸਾਨੂੰ ਕਦੀ ਕੱਢਿਆ ਨਹੀਂ ਜਾਣਾ। ਗੁਰ ਕੀਨੋ ਬੰਧਾਨੀ, ਗੁਰੂ ਕੇ ਸ਼ਬਦ ਨਾਲ ਇੱਕ ਇਸ ਤਰ੍ਹਾਂ ਦਾ ਘਰ ਬਣ ਗਿਆ। ਨਹੀਂ ਤੇ ਕਬੀਰ ਜੀ ਨੂੰ ਕਿਸੇ ਕਿਹਾ ਵੀ, ਕਿਉਂਕਿ ਕਬੀਰ ਜੀ ਦਾ ਘਰ ਸਿੱਧਾ ਜੇ ਸੀ, ਲੋਕਾਂ ਨੇ ਬਣਾ ਲਿਆ ਬਹੁਤ ਵਧੀਆ। ਕਿਸੇ ਨੇ ਕਿਹਾ ਕਬੀਰ ਤੂੰ ਵੀ ਇੱਕ ਚੰਗਾ ਜਿਹਾ ਘਰ ਬਣਾ, ਆ ਵੇਖ ਸਾਰੇ ਮਹੱਲੇ ਵਾਲਿਆਂ ਨੇ ਕਿਵੇਂ ਬਣਾਇਆ। ਕਹਿੰਦੇ ਚੰਗੀ ਗੱਲ ਹੈ, ਮੈਂ ਇਹਨਾਂ ਦੀ ਨਿੰਦਿਆ ਨਹੀਂ ਕਰਦਾ, ਬਣਾਉਣ। ਤੁਸੀਂ ਕਿਉਂ ਨਹੀਂ? ਕਹਿੰਦੇ ਮੇਰੇ ਕੋਲ ਟਾਈਮ ਨਹੀਂ। ਕਹਿੰਦੇ ਕਮਾਲ, ਟਾਈਮ ਕਿਉਂ ਨਹੀਂ? ਇਹ ਵੀ ਟਾਈਮ ਦੀ ਗੱਲ ਹੈ। ਕਹਿੰਦੇ ਦੂਜੀ ਗੱਲ, ਮੈਨੂੰ ਲੋੜ ਨਹੀਂ। ਕਹਿੰਦੇ ਇਹਦਾ ਕੀ ਕਾਰਨ? ਕਹਿੰਦੇ ਜਿਹੜਾ ਕੰਮ ਕਰ ਕਰਕੇ ਵੇਖ ਲਿਆ ਹੋਵੇ ਨਾ, ਪਰਤ ਕੇ ਕਰਨ ਨੂੰ ਮਨ ਨਹੀਂ ਕਰਦਾ। ਕਹਿੰਦੇ ਸਮਝੇ ਨਹੀਂ। ਕਹਿੰਦੇ ਇਹ ਘਰ ਮੈਂ ਬੜੀ ਵਾਰੀ ਸਜਾਏ ਨੇ, ਇਹਦੇ ਬਨੇਰੇ ਬਹੁਤ ਵਾਰੀ ਉੱਚੇ ਕੀਤੇ ਨੇ, ਬੜੇ ਫੁੱਲ ਲਾਏ ਨੇ, ਬੂਟੇ, ਲਾਈਟਾਂ ਲਾਈਆਂ, ਬਹੁਤ ਕੁਝ ਕੀਤਾ। ਫਿਰ ਕਹਿੰਦੇ ਹੁਣ ਕਿਉਂ ਨਹੀਂ ਬਣਾਉਂਦੇ? ਕਹਿੰਦੇ ਜਿਹੜਾ ਘਰ ਬਣਾਇਆ ਉਹਦੇ ਵਿੱਚੋਂ ਮੇਰੀ ਅਰਥੀ ਨਿਕਲ ਗਈ ਹੈ। ਐਸੇ ਘਰ ਹਮ ਬਹੁਤ ਵਸਾਏ, ਇਸ ਤਰ੍ਹਾਂ ਦੇ ਘਰ ਮੈਂ ਬੜੇ ਸਜਾਏ ਨੇ, ਪਰ ਜਿਹਦੇ ਵਿੱਚ ਵੀ ਮੈਂ ਜਨਮ ਲਿਆ, ਜਿੱਥੇ ਵਧਾਈ ਮਿਲੀ ਹੈ ਨਾਲ ਹੀ ਅਫਸੋਸ ਵੀ ਹੋਇਆ। ਮੈਂ ਬੜੇ ਘਰਾਂ ਵਿੱਚ ਜਨਮ ਲਿਆ ਹੈ, ਤੇ ਮੈਂ ਉਹ ਘਰ ਬਣਾਏ ਨੇ, ਉਹਨਾਂ ਨੂੰ ਬਣਾਇਆ, ਪਰ ਉਹਨਾਂ ਘਰਾਂ ਵਿੱਚ ਮੈਨੂੰ 8 ਪੈਰ ਤੋਂ ਵੱਧ ਕਿਸੇ ਰੱਖਿਆ ਨਹੀਂ, ਬਾਹਰ ਕੱਢ ਦਿੱਤਾ ਹੈ। ਜਦੋਂ ਮੇਰੀ ਸਰੀਰ ਤਿਆਗ ਦਿੱਤਾ, ਮੈਂ ਪਿਛਲੇ ਜਨਮ ਵੇਖੇ ਉਹਨਾਂ ਨੇ, ਇੱਥੇ ਰੱਖਿਆ ਨਹੀਂ ਜਾਂਦਾ। ਇਸ ਕਰਕੇ ਮੈਂ ਹੁਣ ਇੱਕ ਘਰ ਲੱਭ ਰਿਹਾ ਜਿੱਥੋਂ ਬੰਦੇ ਨੂੰ ਕੱਢਿਆ ਨਾ ਜਾਏ, ਪਰਤ ਕੇ ਸਦਾ ਹੀ ਰਵੇ, ਜਿੱਥੋਂ ਕਦੀ ਨਾ ਕੱਢਿਆ ਜਾਏ। ਕਲਗੀਧਰ ਪਾਤਸ਼ਾਹ ਜੀ ਨੂੰ ਜਿਸ ਵੇਲੇ ਮਾਲਵੇ ਵਿੱਚ ਡੱਲਾ ਆਪਣੇ ਘਰ ਲੈ ਕੇ ਗਿਆ ਸੀ, ਉਹ ਆਦਮੀ ਚੌਧਰੀ ਸੀ, ਕਈ ਪਿੰਡਾਂ ਦਾ ਅਮੀਰ ਆਦਮੀ ਸੀ, ਕਈ 100 ਸਿਪਾਹੀ ਸਨ ਉਹਦੇ ਕੋਲ। ਸੱਚੇ ਪਾਤਸ਼ਾਹ ਜੀ ਨੂੰ ਭੋਜਨ ਛਕਾਉਣ ਵਾਸਤੇ ਲੈ ਕੇ ਗਿਆ, ਜਲ ਪਾਣੀ ਛਕਾਇਆ, ਸੇਵਾ ਕੀਤੀ, ਤੇ ਪਰਤ ਕੇ ਉਹਦਾ ਮਨ ਹੋਇਆ ਵੀ ਸਤਿਗੁਰੂ ਨੂੰ ਆਪਣਾ ਸਾਰਾ ਘਰ ਵਿਖਾਵਾਂ। ਸਾਰੇ ਕਮਰੇ ਵਿਖਾਏ, ਬਹੁਤ ਵਧੀਆ ਬਣਾਏ ਸੀ। ਹਜ਼ੂਰ ਵੇਖਦੇ ਗਏ, ਕਹਿੰਦੇ ਆਹ ਕਮਰਾ ਮੀਟਿੰਗ ਰੂਮ ਹੈ, ਇੱਥੇ ਜਿਹੜੇ ਆਏ ਗਏ ਨਾਲ ਗੱਲਬਾਤ ਕਰਨ। ਆਹ ਸੌਣ ਵਾਲਾ ਹੈ, ਆਹ ਨਹਾਉਣ ਵਾਲਾ ਹੈ, ਆਹ ਬੱਚਿਆਂ ਦੇ ਖੇਡਣ ਵਾਲਾ ਹੈ, ਆਹ ਪਾਠ ਪੂਜਾ ਵਾਲਾ ਹੈ, ਆਹ ਸੱਚ ਬੋਲਣ ਵਾਲਾ ਕਮਰਾ ਹੈ, ਆਹ ਝੂਠ ਬੋਲਣ ਵਾਲਾ ਕਮਰਾ ਹੈ। ਸਾਰੇ ਵਿਖਾ ਦਿੱਤੇ। ਤੇ ਜਦੋਂ ਹਜ਼ੂਰ ਨੇ ਵੇਖਿਆ ਨਾ, ਤੇ ਫਿਰ ਸਤਿਗੁਰੂ ਬੋਲੇ ਨਾ, ਉਹਦਾ ਮਨ ਸੀ ਵੀ ਕੁਝ ਨਾ ਕੁਝ ਕਹਿਣ, ਵੀ ਕਿਵੇਂ ਦਾ ਲੱਗਾ। ਕਹਿਣ ਲੱਗੇ ਮਹਾਰਾਜ ਠੀਕ ਲੱਗਾ। ਕਹਿਣ ਲੱਗੇ ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਡੱਲਿਆ ਠੀਕ ਲੱਗਾ ਹੈ, ਤੂੰ ਸਾਰੇ ਕਮਰੇ ਬਣਾ ਲੈਣ, ਪਰ ਇੱਕ ਨਹੀਂ ਬਣਾਇਆ, ਇੱਕ ਭੁੱਲ ਗਿਆ। ਕਹਿੰਦੇ ਮਹਾਰਾਜ ਕਮਰੇ ਤਾਂ ਬਹੁਤ ਨੇ। ਕਹਿੰਦੇ ਡੱਲਿਆ ਕਮਰੇ ਤਾਂ ਬਹੁਤ ਨੇ, ਪਰ ਮੈਨੂੰ ਇੱਕ ਗੱਲ ਦੱਸ, ਜਿੱਦਣ ਅੰਦਰੋਂ ਹੰਸ ਉਡਾਰੀ ਮਾਰ ਗਿਆ, ਤੈਨੂੰ 8 ਪੈਰ ਤੋਂ ਵੱਧ ਇਹਨਾਂ ਕਮਰਿਆਂ ਵਿੱਚ ਕਿਸੇ ਰਹਿਣ ਨਹੀਂ ਦੇਣਾ, ਕੱਢ ਦੇਣਗੇ ਬਾਹਰ, ਨਵਾ ਧਵਾ ਕੇ ਵਧੀਆ ਤੋਰ ਦੇਣਗੇ। ਕਹਿਣ ਲੱਗਾ ਮਹਾਰਾਜ ਉਹ ਕਮਰਾ ਕਿਹੜਾ ਹੈ?
ਹੁਣ ਬਣਵਾ ਲੈਣਾ। ਤੇ ਸਤਿਗੁਰੂ ਨੇ ਕਿਹਾ ਸੀ ਡੱਲਿਆ ਉਹ ਕਮਰਾ ਇਹਨਾਂ ਇੱਟਾਂ ਦਾ ਨਹੀਂ ਬਣਦਾ, ਉੱਥੇ ਗੁਰੂ ਕੇ ਸ਼ਬਦ ਦੀ ਕਮਾਈ ਦੀਆਂ ਇੱਟਾਂ ਲੱਗਦੀਆਂ ਨੇ। ਕਹਿੰਦੇ ਫਿਰ ਉਹ ਥਾਂ ਮੈਨੂੰ ਤੁਸੀਂ ਬਣਾ ਦਿਓ, ਕਿਰਪਾ ਕਰ ਦਿਓ। ਤੇ ਹਜ਼ੂਰ ਨੇ ਕਿਹਾ ਸੀ ਡੱਲਿਆ ਫਿਰ ਗੁਰੂ ਵਾਲਾ ਬਣ, ਅੰਮ੍ਰਿਤ ਦੀ ਦਾਤ ਲੈ। ਉਹਨੇ ਕਿਹਾ ਸੀ ਥੋੜਾ ਜਿਹਾ ਥਾਂ ਮੈਨੂੰ ਵੀ ਦੇ ਦਿਓ, ਪੀੜੀ ਜਿੰਨਾ। ਸਤਿਗੁਰੂ ਨੇ ਕਿਹਾ ਨਹੀਂ, ਮੈਂ ਤੈਨੂੰ ਥਾਂ ਨਹੀਂ ਦੇ ਸਕਦਾ, ਮੇਰਾ ਸਿਧਾਂਤ ਹੈ, ਮੇਰਾ ਰਾਹ ਹੈ। ਕਹਿੰਦੇ ਜੇ ਮੈਂ ਗੁਰੂ ਵਾਲਾ ਬਣ ਗਿਆ, ਤੁਹਾਡੇ ਚਰਨਾਂ ਨਾਲ ਜੁੜ ਗਿਆ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਗਿਆ, ਕਹਿਣ ਲੱਗੇ ਫਿਰ ਤੂੰ ਪੀੜੀ ਦੀ ਥਾਂ ਛੱਡ ਦੇ, ਸਾਰਾ ਸੱਚਖੰਡ ਤੈਨੂੰ ਦੇ ਦਿਆਂ। ਪਰ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਇਸ ਲਈ ਜਿਹੜਾ ਕਮਰਾ ਗੁਰੂ ਨੇ ਬਣਾਉਣਾ ਉਹ ਬਹੁਤ ਘੱਟ ਲੋਕ ਬਣਾਉਂਦੇ, ਬਾਕੀ ਇਹ ਸਾਰੇ ਬਣਾਈ ਨੇ ਆਪਾਂ ਸਾਰਿਆਂ ਨੇ। ਕਹੋ ਨਾਨਕ ਨਿਹਚਲ ਘਰ ਬਾਂਧਿਓ, ਗੁਰ ਕੀਓ ਬੰਦਾਨੀ। ਗੁਰੂ ਨੇ ਬਣਾ ਕੇ ਦਿੱਤਾ ਉਹ ਕਮਰਾ, ਗੁਰੂ ਕੇ ਸ਼ਬਦ ਦਾ ਉਹ ਥਾਂ, ਨਿਥਾਵਿਆਂ ਦਾ ਥਾਂ, ਜਿਹੜਾ ਅਕਾਲ ਪੁਰਖ ਦਾ ਨਾਮ ਬੋਲੀਏ ਇੱਕ ਦੋ ਵਾਰੀ, ਸਮਾਪਤੀ ਕਰੀਏ। ਵਾਹਿਗੁਰੂ 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 ਵਾਹਿਗੁਰੂ